ਰੋਲ ਗੁਰਮਤਿ ਦੇ ਤੱਤ ਗਿਆਨ ਦੀ ਵਿਚਾਰ ਸੁਣਨ ਲਈ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਦੱਬੋ। ਜੱਗ ਦੀ ਰਚਨਾ ਬਣਦਾ ਖਤਮ ਹੋ ਜਾਂਦਾ, ਬਣਦਾ ਖਤਮ ਹੋ ਜਾਂਦਾ, ਬਣਦਾ ਖਤਮ ਹੋ ਜਾਂਦਾ। ਜੱਗ ਤੇ ਬੁਲਬੁਲਾ ਇੱਕੋ ਨਿਆਂ ਹੀ ਨੇ। ਹੁਣ ਜੇ ਅਸੀਂ ਕਰਾਂਗੇ ਸੰਸਾਰ ਤੇ ਅਸੀਂ ਬਣਦਾ ਮਿਟਦਾ ਦੇਖਿਆ ਨਹੀਂ, ਅਸੀਂ ਤਾਂ ਨਹੀਂ ਦੇਖਿਆ, ਤਾਂ ਸੁਣਿਆ। ਤੇ ਸਾਨੂੰ ਇਹ ਅਜੇ ਵੀ ਕਰੋੜਾਂ ਸਾਲ ਪਹਿਲਾਂ ਸਾਡੀ ਧਰਤੀ ਬਣੀ ਸੀ ਤੇ ਕਰੋੜ ਕੁ ਸਾਲ ਹੋਰ ਚੱਲ ਜਾਣੀ ਹੈ, ਬੜੀ ਲੰਮੀ ਗੱਲ ਹੋ ਗਈ। ਪਰ ਅਸੀਂ ਦੇਖਦੇ ਹਾਂ ਵੀ ਆਪਣੀ ਹਯਾਤੀ ਵਿੱਚ ਇੱਕ ਬੰਦਾ ਆਪਣੇ ਜੇ 50-60 ਸਾਲ ਵੀ ਜਿੰਦਾ ਹੈ, ਉਹ ਆਪਣੇ ਇਸ ਜੀਵਨ ਵਿੱਚ ਹਜ਼ਾਰਾਂ ਲੱਖਾਂ ਬੰਦਿਆਂ ਨੂੰ ਜੰਮਦੇ ਤੇ ਮਰਦੇ ਦੇ ਹੁਣ ਉਹ ਕੀ ਹੋ ਗਿਆ? ਜਗ ਰਚਨਾ ਤੈਸੇ ਰਚੀ। ਕਿਵੇਂ? ਕਹਿੰਦੇ ਜਿਵੇਂ ਪਾਣੀ ਦਾ ਬੁਲਬੁਲਾ ਬਣਿਆ ਮਿਟ ਗਿਆ, ਬਣਿਆ ਮਿਟ ਗਿਆ, ਜਗ ਰਚਨਾ ਵੀ ਐਵੇਂ ਹੀ ਹੈ। ਬੜੇ ਸਰੀਰ ਬਣੇ ਮਿਟ ਗਏ, ਬਣੇ ਮਿਟ ਗਏ। ਹੁਣ ਅਸੀਂ ਪੜ੍ਹਦੇ ਇੱਕ ਕਬੀਰ ਜੀ ਦਾ ਸ਼ਲੋਕ। ਕਬੀਰ ਜੀ ਕਹਿੰਦੇ ਨੇ, ਹਾੜ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ, ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਬੀਰ ਜੀ ਕਹਿੰਦੇ ਮੈਂ ਜਗ ਜਰਤਾ, ਜਰਤੇ ਦਾ ਅਰਥ ਹੈ ਸੜ ਰਿਹਾ, ਬਲ ਰਿਹਾ, ਬਰਨ ਹੋ ਰਿਹਾ। ਕਹਿੰਦੇ ਮੈਂ ਜਗ ਵੇਖਿਆ, ਸੜ ਰਿਹਾ, ਬਲ ਰਿਹਾ, ਬਰਨ ਹੋ ਰਿਹਾ, ਮੈਂ ਉਦਾਸ ਹੋ ਗਿਆ। ਪੁੱਛਿਆ ਵੀ ਕਿਹੜਾ ਜਗ? ਕਹਿੰਦੇ ਜਿਸ ਜਗ ਦੇ ਵਿੱਚ ਹੱਡੀ ਲੱਕੜ ਵਾਂਗ ਛੱਡਦੀ ਹੈ ਤੇ ਜਿਹੜੇ ਕੇਸ ਨੇ ਉਹ ਘਾਹ ਵਾਂਗ ਛੱਡ ਰਹੇ ਨੇ। ਹੁਣ ਹੱਡੀ ਅਤੇ ਕੇਸ ਕਿਹੜੇ ਜੱਗ ਵਿੱਚ ਹੁੰਦੇ ਨੇ? ਸਰੀਰ ਵਿੱਚ। ਸਪਸ਼ਟ ਹੋ ਗਿਆ, ਸਾਡੇ ਸਰੀਰ ਦੀ ਗੱਲ ਹੈ ਨਾ ਵੀ ਇਹ ਹਾੜ ਜਰੇ ਜੋ ਲੱਕੜੀ, ਕੇਸ ਜਰੇ ਜਿਉ ਘਾਸ, ਇਹ ਜੱਗ ਜਰਤਾ। ਕਹਿੰਦੇ ਹੱਡ ਤੇ ਲੱਕੜੀ ਵਾਲੇ ਜੱਗ, ਹੱਡੀਆਂ ਅਤੇ ਕੇਸਾਂ ਵਾਲੇ ਜੱਗ ਨੂੰ ਛੱਡਦਾ ਹੋਇਆ ਦੇਖ ਕੇ ਮੈਂ ਬੜਾ ਉਦਾਸ ਹਾਂ। ਵੀ ਇਹ ਸਰੀਰ ਜਿਸ ਦਾ ਬੰਦਾ ਬੜਾ ਗੁਮਾਨ ਕਰਦਾ ਹੈ, ਸਰੀਰ ਵਿੱਚ ਜਿਤਨਾ ਚਿਰ ਜੀਵ ਹੁੰਦਾ ਇਹਨੂੰ ਬੜਾ ਮਾਣ ਹੁੰਦਾ ਹੈ, ਬੜੀ ਈਗੋ ਹੁੰਦੀ ਹੈ, ਬੜਾ ਦੌੜਿਆ ਭੱਜਿਆ ਫਿਰਦਾ ਹੈ, ਇਹ ਉਦੋਂ ਕਿਸੇ ਦੀ ਸੁਣਦਾ ਨਹੀਂ, ਕਿਸੇ ਦੀ ਮੰਨਦਾ ਨਹੀਂ। ਜਨ ਭਗਤਨ ਕੋ ਕਹੋ ਨਾ ਮਾਨੋ, ਕੀਓ ਆਪਣੋ ਪਈ ਹੈ। ਪਰ ਕਹਿੰਦੇ ਜਦੋਂ ਅੱਖ ਦੇ ਫੋਰ ਵਿੱਚ, ਅੱਖ ਝਮਕਣ ਦੇ ਸਮੇਂ ਵਿੱਚ ਮਿੱਟੀ ਹੋ ਜਾਂਦਾ ਹੈ, ਕਬੀਰ ਜੀ ਕਹਿੰਦੇ ਫਿਰ ਮੈਨੂੰ ਬੜਾ ਤਰਸ ਆਉਂਦਾ ਵੀ ਕਮਲਿਆ ਤੂੰ ਉਹੀ ਹੈ ਨਾ ਜਿਹੜਾ ਕਿਸੇ ਦੀ ਸੁਣਦਾ ਨਹੀਂ ਸੀ, ਮੰਨਦਾ ਨਹੀਂ ਸੀ, ਕਦੇ ਤੂੰ ਧਰਮ ਦਾ ਕਰਮ ਨਹੀਂ ਸੀ ਕਰਦਾ, ਤੂੰ ਰੱਬ ਨਾਲ ਨਹੀਂ ਸੀ ਜੁੜਦਾ, ਤੇ ਹੁਣ ਤੇਰੀ ਹਾਲਤ ਕੀ ਬਣ ਗਈ? ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ, 4 ਦਿਵਸ ਕੇ ਪਹੁਨੇ ਬੜ ਬੜ ਰੁੰਦੇ ਠਾਉ, ਪਰਿਦਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ, ਦਿਵਸ 4 ਕੋ ਪੇਖਣਾ ਅੰਤ ਖੇ ਕੀ ਖੇ। ਕਹਿੰਦੇ ਅੰਤ ਫੇਰ ਤੂੰ ਮਿੱਟੀ ਦਾ ਮਿੱਟੀ ਹੋ ਗਿਆ। ਤੇ ਮਾਣ ਕਿਸ ਗੱਲ ਦਾ ਹੈ? ਕਹਿੰਦੇ ਇਸ ਗੱਲ ਨੂੰ ਦੇਖ ਕੇ ਉਦਾਸ ਹੋ ਗਿਆ ਮੈਂ, ਵੀ ਹੱਦ ਹੋ ਗਈ, ਵੀ ਬੰਦਾ ਕਿਹੜੇ ਚੱਕਰਾਂ 'ਚ ਪਿਆ ਹੋਇਆ। ਹੱਡੀਆਂ ਤੇ ਮਿੱਟੀ ਦੀ ਮੁੱਠ ਹੈ ਤੇ ਕੀ ਗੱਲਾਂ ਕੀ ਕਰਦਾ ਹੈ, ਭੱਜਿਆ ਕਿਹੜੇ ਪਾਸੇ ਫਿਰਦਾ ਹੈ। ਤਾਂ ਕਰਕੇ ਉੱਥੋਂ ਸਾਨੂੰ ਐਸੇ ਬਹੁਤ ਸਾਰੇ ਸ਼ਬਦ ਨੇ ਜਿੱਥੋਂ ਸਾਨੂੰ ਇਹ ਗੱਲ ਕਲੀਅਰ ਹੋ ਜਾਂਦੀ, ਜੱਗ ਦਾ ਅਰਥ ਸਰੀਰ ਆਏਗਾ, ਜਗ ਰਚਨਾ ਸਭ ਝੂਠ ਹੈ, ਬਹੁਤ ਸਾਰੇ ਸ਼ਬਦ। ਤਾਂ ਮਹਾਰਾਜ ਕਹਿੰਦੇ ਇਹ ਜਿਹੜਾ ਜੱਗ ਹੈ ਨਾ, ਸਾਡਾ ਸਰੀਰ ਹੈ, ਇਹ ਸੱਚੇ ਪਰਮੇਸ਼ਰ ਦੀ ਕੋਠੀ ਹੈ। ਉਹਨੇ ਇਹਦੇ ਵਿੱਚ ਹਿਰਦਾ ਰੂਪੀ ਘਰ ਬਣਾ ਕੇ ਟਿਕਾਣਾ ਬਣਾ ਲਿਆ। ਸੱਚੇ ਕਾ ਵਿਸ਼ਵਾਸ, ਵਾਸ ਕਿਹਦੇ ਅੰਦਰ? ਸੱਚੇ ਦਾ। ਸੱਚਾ ਕੀ ਹੈ? ਸੱਚਾ ਇੱਕ ਤਾਂ ਪਰਮੇਸ਼ਰ ਹੈ। ਇੱਕ ਜਿਹੜਾ ਸਾਡਾ ਮੂਲ ਹੈ ਨਾ, ਸਾਡੀ ਅੰਤਰ ਆਤਮਾ, ਉਹ ਵੀ ਸੱਚੀ ਹੈ। ਆਪਾਂ ਕਹਿੰਦੇ ਨਾ ਜੋਤੀ, ਜੋਤ ਰਲੀ, ਸਾਡੀ ਜੋਤੀ ਉਸ ਪਰਮ ਜੋਤ ਵਿੱਚ ਜਾ ਕੇ ਰਲ ਗਈ। ਨਾ ਜੋਤੀ ਮਰੀ ਨਾ ਜੋਤ ਮਰੀ, ਸਰੀਰ ਮਿਟ ਗਿਆ, ਸਰੀਰ ਨਿਕਲ ਗਿਆ ਵਿੱਚੋਂ। ਹੁਣ ਧਿਆਨ ਵਿੱਚ ਰੱਖਿਓ, ਕਈ ਕਹਿੰਦੇ ਨੇ ਵੀ ਜੇ ਸੱਚੇ ਦੀ ਕੋਠੜੀ ਆ ਫਿਰ ਇਹ ਵਿੰਸਣੀ ਨਹੀਂ ਚਾਹੀਦੀ। ਕੋਠੜੀ ਸੱਚੇ ਦੀ ਹੈ, ਕੋਠੀ ਸੱਚੀ ਨਹੀਂ ਹੈ। ਕੋਠੜੀ ਸੱਚੇ ਦੀ ਹੈ, ਘਰ ਸੱਚੇ ਦਾ ਹੈ, ਰਹਿਣ ਵਾਲਾ ਸੱਚਾ ਹੈ, ਘਰ ਸੱਚਾ ਨਹੀਂ ਹੈ। ਘਰ ਵਿੱਚ ਤੇ ਮਾਲਕ ਵਿੱਚ ਅੰਤਰ ਹੁੰਦਾ ਹੈ। ਜਿਹੜੇ ਸਾਡੇ ਘਰ ਹੁੰਦੇ ਨੇ, ਕੋਠੀਆਂ, ਬੰਗਲੇ, ਫਲੈਟ, ਕੋਈ ਵੀ ਆਪਾਂ ਸ਼ਬਦ ਵਰਤ ਸਕਦੇ ਹਾਂ, ਉਹ ਬਣਦੇ ਵੀ ਨੇ, ਮਿਟਦੇ ਵੀ ਨੇ, ਵਿਕਾਊ ਵੀ ਹੁੰਦੇ ਨੇ, ਪੁਰਾਣੇ ਵੀ ਹੋ ਜਾਂਦੇ ਨੇ, ਰਿਪੇਅਰ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਸਰੀਰ ਹੈ। ਅਸੀਂ ਜਦੋਂ ਘਰ ਵੇਚਣਾ ਹੁੰਦਾ, ਘਰ ਛੱਡਣਾ ਹੁੰਦਾ ਹੈ, ਮਾਲਕ ਕਹਿੰਦਾ ਵੀ ਮੈਂ ਹੁਣ ਘਰ ਛੱਡ ਰਿਹਾ ਤੇ ਅਸੀਂ ਕਿਸੇ ਨਵੇਂ ਘਰ 'ਚ ਜਾ ਕੇ ਰਹਿਣਾ। ਜਾਂ ਕੋਠੀ ਜਦੋਂ ਭੁਚਾਲ ਆਉਂਦਾ, ਕੋਠੀ ਗਿਰਨ ਲੱਗਦੀ ਹੈ, ਘਰ ਗਿਰਨ ਲੱਗਦਾ ਹੈ, ਮਾਲਕ ਤਾਂ ਭੱਜ ਕੇ ਬਾਹਰ ਆ ਜਾਂਦਾ, ਕੋਠੀ ਗਿਰ ਜਾਂਦੀ ਹੈ, ਕੋਠੀ ਖਤਮ ਹੋ ਜਾਂਦੀ ਹੈ। ਮਾਲਕ ਕਹਿੰਦਾ ਚਲੋ ਆਪਾਂ ਘਰ ਹੋਰ ਖਰੀਦ ਲੈਂਦੇ ਹਾਂ। ਇਸ ਕਰਕੇ ਕੋਠੀ ਝੂਠੀ ਹੈ, ਮਾਲਕ ਸੱਚਾ ਹੈ। ਮਾਲਕ ਕਿਸੇ ਵੀ ਘਰ 'ਚ ਰਹਿ ਸਕਦਾ, ਕਿਤੇ ਵੀ ਘਰ ਬਣਾ ਸਕਦਾ। ਉਹ ਭਾਵ ਇੱਥੇ ਕਹਿੰਦੇ ਇਸ ਕਰਕੇ ਕਿਹਾ ਸੀ ਵੀ ਤੁਸੀਂ ਕੋਠੜੀ ਦੇ ਨਾਲ ਨਹੀਂ ਜੁੜਨਾ, ਕੋਠੜੀ ਦੇ ਮਾਲਕ ਨਾਲ ਜੁੜਨਾ। ਉਹ ਸਾਡਾ ਖਸਮ ਹੈ, ਉਹ ਮਾਲਕ ਹੈ ਜਿਹਨੇ ਕੋਠੀ ਬਣਾਈ, ਕੋਠੀ 'ਚ ਸਾਨੂੰ ਰਹਿਣ ਵਾਸਤੇ ਸਮਾਂ ਦਿੱਤਾ। ਅਸਲ ਵਿੱਚ ਨਾ ਅਸੀਂ ਜਿੰਨੇ ਜੀਵ ਆ, ਅਸੀਂ ਸਾਰੇ ਹੈਗੇ ਆ ਕਿਰਾਏਦਾਰ। ਸੰਸਾਰ ਦੇ ਵਿੱਚ ਅਸੀਂ ਕਿਰਾਏਦਾਰ ਹਾਂ, ਇਸ ਸਰੀਰ ਦੇ ਵਿੱਚ ਅਸੀਂ ਕਿਰਾਏਦਾਰ ਹਾਂ।
ਪਰ ਕਹਿੰਦੇ ਰਹਿੰਦੇ ਇਸ ਤਰ੍ਹਾਂ ਹੈਗੇ ਆ ਜਿਵੇਂ ਅਸੀਂ ਮਹੱਲਾਂ ਦੇ ਮਾਲਕ ਹੁੰਦੇ ਹਾਂ ਤੇ ਅਸੀਂ ਕਦੇ ਜਾਣਾ ਨਹੀਂ ਹੁੰਦਾ। ਅੱਜ ਤੁਸੀਂ ਸੰਸਾਰ ਦੀ ਹਾਲਤ ਵੇਖ ਸਕਦੇ ਹੋ, ਦੁਨੀਆ ਵਿੱਚ ਕਰੋਨਾ ਦੇ ਨਾਮ ਤੇ ਹਾਲਾਂਕਿ ਕਿੰਨਾ ਭਿਆਨਕ ਮੰਜ਼ਰ ਹੈ। ਇੱਥੇ ਚਾਹੀਦਾ ਸੀ ਵੀ ਮਨੁੱਖਤਾ ਇੱਕ ਦੂਸਰੇ ਦੀ ਭਾਈਵਾਲਤਾ ਬਣ ਕੇ, ਭੈਣ ਭਰਾ ਬਣ ਕੇ, ਅਸੀਂ ਇੱਕ ਦੂਜੇ ਦੇ ਮਦਦਗਾਰ ਬਣ ਕੇ ਹੈਲਪ ਕਰਦੇ, ਇੱਕ ਦੂਸਰੇ ਲਈ ਆਪਣੀ ਜਾਨ ਕੁਰਬਾਨ ਕਰਦੇ, ਪਰ ਇੱਥੇ ਤੇ ਡਾਕਟਰ ਹੀ ਜਾਨਾਂ ਕੱਢਣ ਲੱਗੇ ਹੋਏ ਨੇ। ਇੱਥੇ ਤੇ ਬਿਮਾਰੀ ਦੇ ਨਾਂ ਤੇ ਪੂਰਾ ਵਪਾਰ ਬਣ ਚੁੱਕਿਆ। ਸਰਕਾਰਾਂ ਵੀ ਤੇ ਸਾਰਾ ਮੈਡੀਕਲ ਜਿਹੜਾ ਮਾਫੀਆ ਉਹ ਵੀ ਇਸ ਚੀਜ਼ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਤੇ ਵਪਾਰ ਬਣਾ ਲਿਆ। ਹਾਲਾਂਕਿ ਉਹਨਾਂ ਨੂੰ ਵੀ ਪਤਾ ਵੀ ਕੋਠੀ ਝੂਠੀ ਹੈ, ਜੇ ਉਹਨਾਂ ਦੀ ਨਹੀਂ ਰਹਿਣੀ ਤੁਹਾਡੀ ਵੀ ਹੈ ਨਹੀਂ। ਪਾਪ ਕਮਾਵਦਿਆਂ ਤੇਰਾ ਕੋਈ ਨਾ ਬਿੱਲੀ ਰਾਮ, ਜਿਸ ਧਨ ਕਾ ਤੁਮ ਗਰਭ ਕਰਤੇ ਹੋ ਸੋ ਧਨ ਕਿਸੈ ਨਾ ਆਪ। ਜਿਹਦੇ ਪਿੱਛੇ ਇਹ ਸਾਰਾ ਕੁਝ ਕਰ ਰਹੇ ਹੋ ਤਾਂ ਕਿਸੇ ਦਾ ਵੀ ਨਹੀਂ ਹੋਇਆ, ਤੇ ਕਰ ਕਿਸ ਵਾਸਤੇ ਰਹੇ ਆ? ਕਿਉਂਕਿ ਮਨੁੱਖ ਸੱਚ ਨੂੰ, ਮੂਲ ਨੂੰ, ਅੰਤਰਾਤਮਾ ਨੂੰ ਜਾਂ ਧਰਮ ਨੂੰ ਪੂਰੀ ਤਰ੍ਹਾਂ ਭੁੱਲ ਚੁੱਕਿਆ। ਇੱਥੋਂ ਸਮਝ ਲਓ ਵੀ ਅਸੀਂ ਧਰਮੀ ਨਹੀਂ ਰਹੇ ਹਾਂ। ਧਰਮ ਦੀਆਂ ਕੇਵਲ, ਹਾਲਾਂਕਿ ਹਿੰਦੁਸਤਾਨ ਵਰਲਡ ਦਾ ਤਕਰੀਬਨ ਮੰਨਿਆ ਜਾਂਦਾ ਸਭ ਤੋਂ ਵੱਡਾ ਧਾਰਮਿਕ ਦੇਸ਼ ਹੈ। ਸਭ ਤੋਂ ਵੱਧ ਧਰਮ, ਸਭ ਤੋਂ ਵੱਧ ਧਾਰਮਿਕ ਮਾਨਤਾਵਾਂ, ਧਾਰਮਿਕ ਪਰੰਪਰਾਵਾਂ, ਧਾਰਮਿਕ ਮੰਦਿਰ, ਧਾਰਮਿਕ ਘਰ, ਧਾਰਮਿਕ ਸਥਾਨ, ਧਾਰਮਿਕ ਗੁਰੂ ਹਿੰਦੁਸਤਾਨ ਵਿੱਚ ਨੇ। ਤੇ ਇੱਥੇ ਤੇ ਧਰਮ, ਭਰਮ, ਕਰਮਕਾਂਡ, ਝੂਠ, ਫਰੇਬ, ਬੇਈਮਾਨੀ, ਛਲ ਕਪਟ ਹੋਣਾ ਹੀ ਨਹੀਂ ਸੀ ਚਾਹੀਦਾ। ਪਰ ਕਮਾਲ ਦੀ ਗੱਲ ਦੇਖੋ ਵੀ ਇੱਥੇ ਹੀ ਸਭ ਤੋਂ ਵੱਧ ਹੋ ਰਿਹਾ। ਸਭ ਤੋਂ ਵੱਧ ਪੂਰੇ ਵਰਲਡ ਚੋਂ ਸਭ ਤੋਂ ਵੱਧ ਬੇਈਮਾਨੀ, ਕਰਪਸ਼ਨ, ਭ੍ਰਸ਼ਟਾਚਾਰ, ਹੋਰ ਜਾਲਸਾਜ਼ੀਆਂ, ਧੋਖੇਧੜੀਆਂ, ਵਪਾਰ, ਹਰੇਕ ਚੀਜ਼ ਨੂੰ ਲੈ ਕੇ ਹਿੰਦੁਸਤਾਨ 'ਚ ਹੀ ਹੋ ਰਿਹਾ। ਤੇ ਕਿਹੜੇ ਮੂੰਹ ਨਾਲ ਅਸੀਂ ਕਹਿ ਰਹੇ ਹਾਂ ਵੀ ਅਸੀਂ ਧਰਮੀ ਹਾਂ? ਧਰਮ ਦਾ ਦਿਖਾਵਾ ਹੈ, ਧਰਮ ਨਹੀਂ ਹੈ ਸਾਡੇ ਕੋਲ। ਧਰਮ ਜਿੱਥੇ ਹੋਏਗਾ ਉਹ ਬੰਦਾ ਅੰਦਰੋਂ ਇਮਾਨਦਾਰ ਹੁੰਦਾ। ਇਮਾਨਦਾਰ ਬਹੁਤ ਵੱਡਾ ਗੁਣ ਹੈ। ਉਹ ਸਚਿਆਰਾ ਹੋਏਗਾ, ਉਹ ਪਰਉਪਕਾਰੀ ਹੋਏਗਾ, ਉਹ ਸੇਵਾ ਵਾਲਾ ਹੋਏਗਾ, ਉਹ ਦੂਸਰੇ ਲਈ ਖੜਨ ਵਾਲਾ, ਲੜਨ ਵਾਲਾ ਹੋਏਗਾ, ਉਹ ਕਿਸੇ ਦਾ ਹੱਕ ਮਾਰਨ ਵਾਲਾ ਨਹੀਂ ਹੋਏਗਾ। ਧਰਮ ਦੀ ਪਰਿਭਾਸ਼ਾ ਬੜੀ ਲੰਮੀ ਹੈ ਤੇ ਅਸੀਂ ਧਰਮ ਗਵਾ ਚੁੱਕੇ ਹਾਂ। ਜਿਨ੍ਹਾਂ ਨੇ ਗਵਾਇਆ ਉਹਨਾਂ ਦੀ ਗੱਲ ਕਰ ਲਈ ਆਪਾਂ, ਪਰ ਧਰਮੀ ਦਾ ਮਖੌਟਾ ਸਾਰੇ ਹੀ ਪਾਈ ਫਿਰਦੇ ਨੇ। ਕਿਉਂਕਿ ਉਹ ਅਸਲ 'ਚ ਗੱਲ ਕੀ ਹੈ ਵੀ ਉਹ ਇਸ ਕੋਠੜੀ ਨੂੰ ਸੱਚ ਮੰਨ ਕੇ ਬੈਠੇ ਨੇ। ਜਿਹੜਾ ਜੱਗ ਹੈ ਨਾ, ਜੱਗ ਤੇ ਰਚਨਾ ਝੂਠ ਹੈ, ਇਸ ਝੂਠੀ ਰਚਨਾ ਨੂੰ ਸੱਚੀ ਮੰਨੀ ਬੈਠੇ ਨੇ। ਪੰਕਤੀ ਮੈਂ ਤਕਰੀਬਨ ਕਾਫੀ ਵਾਰੀ ਬੋਲਦਾ ਵੀ ਹੈਗਾ, ਬਟ ਅੱਜ ਮੈਨੂੰ ਪੰਕਤੀ ਵਿਸਰ ਗਈ ਹੈ, ਯਾਦ ਹੈ ਕਿ ਮੈਂ ਤੁਹਾਨੂੰ ਸ਼ੇਅਰ ਕਰਾਂਗਾ। ਇਹ ਮਨੁੱਖ ਦੀ ਹਾਲਤ ਬਣੀ ਹੋਈ ਹੈ ਕਿਉਂਕਿ ਇਹ ਕੋਠੀ ਨੂੰ ਸੱਚ ਮੰਨੀ ਬੈਠਾ ਹੈ। ਇਹਨੂੰ ਇਸ ਤਰ੍ਹਾਂ ਵੀ ਮੈਂ ਸਾਰਾ ਉਮਰ ਇੱਥੇ ਬੈਠਾ ਰਹਿਣਾ, ਮੈਂ ਜਾਣਾ ਨਹੀਂ। ਪਰ ਮਹਾਰਾਜ ਕਹਿੰਦੇ ਇੱਥੇ ਇੱਕ ਖਿੰਡ ਦਾ ਭਰੋਸਾ ਨਹੀਂ ਹੈ। ਕਹਾਂ ਵਿਸ਼ਾਸਾ ਇਸ ਭਾਂਡੇ ਕਾ ਇਤਨ ਕੋ ਲਾਗੇ ਠਨਕਾ। ਜੇ ਬੰਦਾ ਇਸ ਗੱਲ ਨੂੰ ਸਮਝ ਕੇ ਚੱਲ ਪਏ, ਉਹ ਫਿਰ ਪਾਪ ਕਮਾਉਣ ਵਾਲੇ ਪਾਸੇ, ਬੁਰਾਈ ਕਮਾਉਣ ਵਾਲੇ ਪਾਸੇ ਨਹੀਂ ਤੁਰੇਗਾ। ਤਾਂ ਲੋੜ ਸੀ ਧਰਮ ਦੇ ਇਹਨਾਂ ਬੇਸਿਕ ਪ੍ਰਿੰਸੀਪਲ ਦੇ ਪ੍ਰਚਾਰ ਕਰਨ ਦੀ। ਅਸੀਂ ਇਹਨਾਂ ਜਿਹੜੀਆਂ ਸਾਡੀਆਂ ਕਹਿ ਲਈਏ ਵੀ ਬੁਨਿਆਦੀ ਗੁਰੂ ਸਾਹਿਬ ਨੇ ਜਿਹੜੇ ਵਿਚਾਰਧਾਰਾ ਦਿੱਤੀ ਸੀ, ਅਸੀਂ ਉਹਦਾ ਪ੍ਰਚਾਰ ਪਹਿਲਾਂ ਕਰਦੇ। ਅਸੀਂ ਪਹਿਲਾਂ ਗੁਣ ਲੈ ਕੇ ਆਉਂਦੇ ਸਮਾਜ ਵਿੱਚ, ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਵੀ ਜਾ ਕੇ ਸਿੱਖਿਆ ਦਿੱਤੀ, ਪਹਿਲਾਂ ਉਹਨਾਂ ਨੇ ਮਨੁੱਖ ਨੂੰ ਬੁਨਿਆਦੀ ਨੁਕਤੇ ਸਮਝਾਏ ਨੇ ਕਿ ਧਰਮੀ ਬਣਨਾ ਤੇ ਕਿਵੇਂ ਬਣਨਾ, ਧਰਮੀ ਇਨਸਾਨ ਦੇ ਗੁਣ ਕੀ ਹੁੰਦੇ ਨੇ। ਧਰਮ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਧਰਮ ਸਾਡੀ ਸੋਚ ਬਦਲਦਾ ਹੈ। ਸੋਚ ਨਾਲ ਤੁਹਾਡਾ ਕਰਮ ਬਦਲਦਾ ਹੈ। ਕਰਮ ਤੁਹਾਨੂੰ ਧਰਮ ਦੇ ਵਿੱਚ ਪ੍ਰਪੱਕ ਕਰਦਾ ਹੈ। ਅਸਲ 'ਚ ਸੋਚ ਬਦਲਣੀ ਹੀ ਬੰਦਾ ਬਦਲਣਾ। ਅਸੀਂ ਕਹਿੰਦੇ ਵੀ ਬੰਦਾ ਬਦਲ ਗਿਆ। ਕੀ ਬਦਲ ਗਿਆ? ਉਹਦੀ ਸੋਚ ਬਦਲ ਗਈ, ਉਹਦੇ ਵਿਚਾਰ ਬਦਲ ਗਏ। ਜਦੋਂ ਸਾਡੀ ਸੋਚ ਤੇ ਵਿਚਾਰ ਵਿੱਚ ਧਰਮ ਆ ਜਾਏਗਾ, ਉਦੋਂ ਅਸੀਂ ਧਰਮੀ ਬਣਾਂਗੇ। ਕੱਪੜੇ ਪਾ ਕੇ, ਭੇਖ ਰੱਖ ਕੇ ਜਾਂ ਦਿਖਾਵਾ ਕਰਕੇ ਕਦੀ ਧਰਮੀ ਨਹੀਂ ਹੁੰਦਾ। ਉਹ ਤੇ ਗੁਰਬਾਣੀ ਕਹਿੰਦੀ ਹੈ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੇ। ਉਹ ਸਾਰਾ ਭੇਖ ਹੈ। ਅੱਜ ਭੇਖ ਦਾ ਹੀ ਬੋਲਬਾਲਾ ਹੈ ਸਾਰੇ ਪਾਸੇ। ਤਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਇਹ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਕੋਠੜੀ ਉਹਦੀ ਹੈ, ਮਾਲਕ ਉਹ ਹੈ, ਤੇ ਮਾਲਕ ਦਾ ਹੀ ਨਿਵਾਸ ਹੈ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਜੋ ਛੱਡਣਾ ਸਵਸਥਿਰ ਕਰ ਮਨ ਹੈ। ਪੰਕਤੀ ਇੱਕ ਹੋਰ ਹੈ ਵੀਰ ਜੀ, ਮੇਰੇ ਆਏਗੀ ਧਿਆਨ 'ਚ, ਮੈਂ ਬੇਨਤੀ ਸਾਂਝੀ ਕਰਾਂਗਾ। ਉਹ ਵੀ ਠੀਕ ਹੈ। ਜੋ ਛੱਡਣਾ ਸਵਸਥਿਰ ਕਰ ਮਨ ਹੈ, ਜਿਹਨੂੰ ਅਸੀਂ ਛੱਡਣਾ ਉਹਨੂੰ ਅਸੀਂ ਸੱਚ ਮੰਨੀ ਬੈਠੇ ਹਾਂ। ਹੁਣ ਕਹਿੰਦੇ ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਪਰ ਇਹਨਾਂ ਸੰਸਾਰ ਦੇ ਜੀਵਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਇੱਕ ਨਾ ਦਾ ਅਰਥ ਹੈ ਇੱਕ ਉਹ ਲੋਕ, ਇਹ ਬਹੁਵਚਨ ਦੇ ਰੂਪ ਚ ਆਏਗਾ। ਇੱਕ ਉਹ ਜਿਨ੍ਹਾਂ ਨੂੰ ਆਪਣੇ ਹੁਕਮ ਦੇ ਵਿੱਚ ਚਲਾ ਕੇ ਆਪਣੇ ਵਿੱਚ ਸਮਾ ਲਿਆ। ਹੁਕਮ ਦੁਆਰਾ
ਆਪਣੇ ਵਿੱਚ ਸਮਾ ਲਏ। ਉਹਦੇ ਵਿੱਚ ਹੁਣ ਸੱਚ ਵਿੱਚ ਕੌਣ ਸਮਾਏਗਾ? ਗੋਬਿੰਦ ਨੂੰ ਕੌਣ ਮਿਲੇਗਾ? ਗੋਬਿੰਦ ਮਿਲਣ ਕੀ ਬਰੀਆ ਵਿੱਚ ਕੌਣ ਸਫਲ ਹੋਏਗਾ? ਜਿਹੜਾ ਹੁਕਮ ਦੇ ਵਿੱਚ ਚੱਲ ਪਏਗਾ। ਆਪਾਂ ਹੁਣ ਸਮਝ ਵੀ ਹੁਕਮ ਕੀ ਹੈ। ਦੇਖੋ, ਇੱਕ ਹੁਕਮ ਤੇ ਹਮੇਸ਼ਾ ਸਾਡੇ ਨਾਲ ਹੈ। ਸਾਡੇ ਨਾਲ ਮਤਲਬ ਸਾਡੇ ਅੰਦਰ ਚੱਲਦਾ ਹੈ, ਸਾਡੀ ਅੰਤਰ-ਆਤਮਾ ਦੀ ਆਵਾਜ਼, ਸਾਡੇ ਮੂਲ ਦੀ, ਸਾਡੇ ਹਰ ਦੀ, ਸਾਡੇ ਗੁਰ ਦੀ ਆਵਾਜ਼, ਜਿਹਨੂੰ ਬਾਣੀ ਕਹਿ ਰਹੀ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ। ਜਿਹੜਾ ਗੁਰ ਮੇਰੇ ਨਾਲ ਸਦਾ ਹੀ ਹੈ, ਮੇਰੇ ਅੰਦਰ ਜਿਹੜਾ ਗੁਰ ਹਮੇਸ਼ਾ ਪ੍ਰਗਟ ਹੁੰਦਾ। ਪਰ ਅਸੀਂ ਜੇ ਸੌਖੇ ਰੂਪ ਚ ਸਮਝਣਾ ਹੋਵੇ, ਆਪਾਂ ਪਹਿਲੇ ਰੂਪ ਚ ਗੁਰਬਾਣੀ ਨੂੰ ਸਮਝ ਲਈਏ। ਗੁਰਬਾਣੀ ਸਾਰੀ ਸਾਡੇ ਵਾਸਤੇ ਹੁਕਮ ਹੈ। ਜੇ ਅਸੀਂ ਗੁਰਬਾਣੀ ਅਨੁਸਾਰ ਵੀ ਚੱਲ ਪਈਏ, ਮਹਾਰਾਜ ਕਹਿੰਦੇ ਫਿਰ ਅਸੀਂ ਉਸ ਸੱਚ ਵਿੱਚ ਸਮਾ ਜਾਵਾਂਗੇ। ਜਿਹੜੇ ਸਮਾਏ ਨੇ ਨਾ, ਉਹ ਹੁਕਮ ਹੀ ਬਣ ਕੇ ਸਮਾਏ ਨੇ। ਹੁਕਮ ਦੇ ਦੁਆਰਾ, ਹੁਕਮ ਵਿੱਚ ਚੱਲ ਕੇ, ਹੁਕਮ ਨੂੰ ਮੰਨ ਕੇ, ਹੁਕਮ ਨੂੰ ਸਮਝ ਕੇ, ਹੁਕਮ ਨੂੰ ਕਮਾ ਕੇ, ਹੁਕਮ ਹੀ ਬਣ ਕੇ ਸਮਾਏ ਲਏ। ਉਹਨੇ ਆਪਣੇ ਵਿੱਚ ਸਮਾ ਲਏ, ਆਪਣੇ ਨਾਲ ਜੋੜ ਲਏ। ਇੱਕ ਨਾ ਹੁਕਮੇ ਕਰੇ ਵਿਨਾਸ਼, ਤੇ ਇੱਕ ਉਹ ਨੇ ਜਿਨ੍ਹਾਂ ਨੂੰ ਉਸ ਨੇ ਸੱਚ ਨੇ ਆਪਣੇ ਹੁਕਮ ਦੁਆਰਾ ਵਿਨਾਸ਼ ਕਰ ਦਿੱਤਾ। ਹੁਣ ਵਿਨਾਸ਼ ਕਿਵੇਂ ਕੀਤਾ? ਹੁਣ ਧਿਆਨ ਵਿੱਚ ਰੱਖਿਓ। ਵਿਨਾਸ਼ ਸ਼ਬਦ ਦਾ ਅਰਥ ਇੱਥੇ ਸਰੀਰ ਦਾ ਮਰਨਾ, ਸਰੀਰ ਦਾ ਖੁਆਰ ਹੋਣਾ ਨਹੀਂ ਹੈ ਵੀ ਸਰੀਰ ਕਰਕੇ ਕੋਈ ਦੁਖੀ ਹੋ ਗਿਆ ਜੀ ਵਿਨਾਸ਼ ਹੋ ਗਿਆ। ਉਹ ਵੀ ਹੋ ਸਕਦਾ, ਬਟ ਉਹ ਰੇਅਰ ਹੁੰਦਾ, ਬਹੁਤ ਘੱਟ। ਬਹੁਤਾਤ ਰੂਪ ਵਿੱਚ ਕੀ ਹੁੰਦਾ ਹੈ? ਬੁੱਧੀ ਦਾ ਭ੍ਰਸ਼ਟ ਹੋ ਜਾਣਾ, ਇਹਨੂੰ ਵਿਨਾਸ਼ ਕਹਿੰਦੇ ਨੇ। ਹੁਕਮ ਦੁਆਰਾ ਵਿਨਾਸ਼ ਕੀਤਾ, ਬੁੱਧੀ ਭ੍ਰਸ਼ਟ ਕਰ ਦਿੱਤੀ। ਕਿਸੇ ਦੇ ਅੰਦਰੋਂ ਧਰਮ ਜਮਾਂ ਹੀ ਖਤਮ ਕਰ ਦਿੱਤਾ, ਉਹਨੂੰ ਪੂਰੀ ਤਰ੍ਹਾਂ ਮਾਇਆ ਨਾਲ, ਸੰਸਾਰ ਨਾਲ ਜੋੜ ਦਿੱਤਾ। ਉਹਦੀ ਸੁਰਤ, ਉਹਦੀ ਸੋਚ, ਉਹਦਾ ਕਰਮ ਸਭ ਕੁਝ ਕੀ ਬਣ ਗਿਆ? ਸੰਸਾਰ, ਮਾਇਆ, ਜ਼ਹਿਰ, ਬੇਈਮਾਨੀ, ਛਲ ਕਪਟ, ਧੋਖੇ ਧੜੀ, ਜਿਸ ਤਰ੍ਹਾਂ ਕਿ ਸਾਡੇ ਸਰਕਾਰਾਂ ਦੇ ਨੁਮਾਇੰਦੇ, ਵੱਡੇ ਵੱਡੇ ਲੀਡਰ, ਡੀਐਮ ਪੀਐਮ ਵਗੈਰਾ ਕਰਦੇ ਨੇ। ਇਹ ਕੀ ਹੈ? ਇਹ ਹੁਣ ਉਹਦੇ ਹੁਕਮ ਨਾਲ ਵਿਨਾਸ਼ ਹੋਏ ਪਏ ਨੇ ਪੂਰੀ ਤਰ੍ਹਾਂ। ਤੁਹਾਨੂੰ ਪਤਾ ਇਸ ਟਾਈਮ ਹਾਲਾਤ ਕੀ ਨੇ, ਤੇ ਅਸੀਂ ਉਹ ਸਮਝ ਸਕਦੇ ਹਾਂ। ਇਹ ਵਿਨਾਸ਼ ਹੋ ਚੁੱਕੇ ਨੇ ਇਸ ਟਾਈਮ, ਇਹਨਾਂ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਹੈ। ਤੇ ਜਦੋਂ ਬੁੱਧੀ ਭ੍ਰਸ਼ਟ ਹੁੰਦੀ ਹੈ, ਉਦੋਂ ਕੀ ਹੁੰਦਾ? ਉਦੋਂ ਸਮਾਜ ਦਾ, ਸੰਸਾਰ ਦਾ ਆਰਥਿਕ, ਧਾਰਮਿਕ, ਸਮਾਜਿਕ ਤੇ ਸਰੀਰਕ ਸ਼ੋਸ਼ਣ ਹੋਣਾ ਸ਼ੁਰੂ ਹੁੰਦਾ ਹੈ। ਉਦੋਂ ਮਨੁੱਖ ਕਿਉਂਕਿ ਸੱਚ ਦੇ ਹੁਕਮ ਤੋਂ ਬਾਹਰ ਚਲਾ ਜਾਂਦਾ ਹੈ। ਹੁਣ ਜਿਹੜਾ ਧਰਮ ਦਾ ਮਾਰਗ ਹੈ, ਰੱਬ ਦੇ ਘਰ ਦਾ ਪਾਠ ਹੈ, ਜਾਂ ਰੱਬੀ ਸਿੱਖਿਆਵਾਂ ਨੇ, ਧਾਰਮਿਕ ਸਿੱਖਿਆਵਾਂ ਨੇ, ਗੁਰਬਾਣੀ ਦੇ ਸ਼ਬਦ ਹੈਗੇ ਨੇ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ। ਸਤਿਗੁਰ ਤੇ ਜਿਹੜਾ ਸੱਚ ਹੈ, ਪਰਮੇਸ਼ਰ ਹੈ, ਸਤਿਗੁਰ ਹੈ, ਉਹ ਸਾਰਿਆਂ ਦਾ ਭਲਾ ਮਨਾਉਂਦਾ ਹੈ। ਪਰ ਜਦੋਂ ਇੱਕ ਮਨੁੱਖ ਉਹ ਤੋਂ ਉਲਟ ਚੱਲੇਗਾ ਵੀ ਮੈਂ ਭਲਾ ਇਹਦਾ ਨਹੀਂ, ਇੰਨੇ ਕੁ ਲੋਕਾਂ ਦਾ ਭਲਾ ਕਰਨਾ ਤੇ ਬਾਕੀ ਸਾਰਿਆਂ ਦਾ ਬੁਰਾ ਕਰਨਾ, ਉਹ ਕੀ ਹੋ ਗਿਆ? ਉਹ ਉਹਦੇ ਰੱਬ ਦੇ ਹੁਕਮ ਦੇ ਸੱਚ ਦੇ ਪੈਰਲਲ ਬਰਾਬਰ ਆ ਕੇ ਖਲੋ ਗਿਆ, ਸਾਹਮਣੇ ਵਿਰੋਧੀ ਧਿਰ ਬਣ ਗਿਆ, ਸ਼ਰੀਕ ਬਣ ਗਿਆ। ਵੀ ਮੈਂ ਨਹੀਂ ਭਲਾ ਕਰਨਾ, ਤੂੰ ਕਰਨਾ ਕਰ, ਮੈਂ ਤੇ ਬੁਰਾ ਕਰਾਂਗਾ। ਮੈਂ ਇੰਨੇ ਕੁ ਲੋਕਾਂ ਨੂੰ ਸੁਖੀ ਰੱਖਾਂਗਾ, ਬਾਕੀ ਸਭ ਨੂੰ ਦੁਖੀ ਕਰਾਂਗਾ, ਬਾਕੀ ਸਭ ਦਾ ਨੁਕਸਾਨ ਕਰਾਂਗਾ, ਬਾਕੀ ਜਿਸ ਦਾ ਜੋ ਹੁੰਦਾ ਹੋਏ, ਜੋ ਮਰਦਾ ਮਰੇ, ਮੈਨੂੰ ਕੋਈ ਲੈਣਾ ਦੇਣਾ ਨਹੀਂ। ਉੱਥੇ ਗੁਰੂ ਸਾਹਿਬ ਨੇ ਕਿਹਾ ਇਹ ਹੁਣ ਕੀ ਹੋ ਗਿਆ? ਕਹਿੰਦੇ ਬੁੱਧੀ ਭ੍ਰਸ਼ਟ ਹੋ ਚੁੱਕੀ ਹੈ, ਇਹਨਾਂ ਦਾ ਹੁਣ ਵਿਨਾਸ਼ ਹੀ ਹੋਏਗਾ। ਬੁੱਧੀ ਦਾ ਵੀ ਹੋਏਗਾ, ਤੇ ਹੁਣ ਅੱਗੇ ਜਾ ਕੇ ਇਹਨਾਂ ਦਾ ਅੱਗੇ ਬਹੁਤ ਤਰ੍ਹਾਂ ਦਾ ਨੁਕਸਾਨ। ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਨਾ ਨੂੰ ਆਪਣੇ ਭਾਣੇ ਵਿੱਚ ਚਲਾ ਕੇ, ਭਾਣੇ ਵਿੱਚ ਚਲਾ ਕੇ, ਜਾਂ ਆਪਣੇ ਹੁਕਮ ਦੁਆਰਾ ਉਹਨੇ ਇਸ ਸੰਸਾਰ ਦੀ ਮੋਹ ਮਾਇਆ ਵਿੱਚੋਂ ਕੱਢ ਲਿਆ। ਕੱਢ ਲਏ ਦਾ ਅਰਥ ਕੀ ਹੈ? ਇਹ ਨਹੀਂ ਵੀ ਸਰੀਰ ਨੂੰ ਚੱਕ ਕੇ ਪਾਸੇ ਰੱਖ ਦਿੱਤਾ, ਸਰੀਰ ਕਰਕੇ ਪਾਸੇ ਹੋ ਗਏ, ਨਹੀਂ। ਉਹੀ ਜੀਵ, ਉਹ ਗੁਰਸਿੱਖ ਜਾਂ ਉਹ ਭਲੇ ਲੋਕ, ਉਹ ਜਗਿਆਸੂ ਰੂਹਾਂ ਸੁਰਤ ਕਰਕੇ, ਮਨ ਕਰਕੇ, ਕਰਮ ਤੇ ਵਿਚਾਰ ਕਰਕੇ ਮੋਹ ਮਾਇਆ ਤੋਂ ਨਿਰਲੇਪ ਹੋ ਗਏ। ਸੁਰਤ ਉੱਪਰ ਉੱਠ ਗਈ, ਸੁਰਤ ਉੱਚੀ ਉੱਠ ਗਈ। ਕਈ ਸ਼ਬਦ ਅਸੀਂ ਸੰਸਾਰੀ ਭਾਸ਼ਾ ਵਿੱਚ ਵਰਤਦੇ ਹਾਂ, ਉਹ ਕੱਢੇ ਹੋਏ ਨੇ। ਕੱਢੇ ਹੋਏ ਦਾ ਅਰਥ ਕਰਾਂਗੇ ਬਚ ਗਏ। ਬਚ ਗਏ, ਜਿਵੇਂ ਪਾਣੀ ਵਿੱਚੋਂ ਕੋਈ ਬੱਚਾ ਜਾਂ ਕੋਈ ਵਸਤੂ ਗਿਰ ਜਾਏ, ਅਸੀਂ ਕਹਿੰਦੇ ਉਹ ਕੱਢ ਕੇ ਸਾਈਡ ਤੇ ਰੱਖ ਦਿਓ, ਉਹ ਡੁੱਬਣ ਤੋਂ ਬਚ ਗਈ। ਤੇ ਦੂਸਰਿਆਂ ਦਾ ਕੀ ਹੈ? ਮਾਇਆ ਵਿੱਚ ਨਿਵਾਸ। ਇੱਕ ਨਾ ਦਾ ਸੁਰਤ ਕਰਕੇ ਮਾਇਆ 'ਚ ਨਿਵਾਸ ਹੈ। ਹੁਣ ਦੇਖੋ, ਸਰੀਰ ਕਰਕੇ ਅਸੀਂ ਸਾਰੀ ਮਾਇਆ ਵਿੱਚ ਜੁੜੇ ਹੋਏ ਹਾਂ, ਕਿਉਂਕਿ ਸਰੀਰ ਨੂੰ ਵੀ ਗੁਰਬਾਣੀ ਮਾਇਆ ਮੰਨਦੀ ਹੈ ਨਾ। ਸਰੀਰ ਤੇ ਸਾਡਾ ਸਾਰਿਆਂ ਦਾ ਹੀ ਮਾਇਆ ਰੂਪ ਹੈਗਾ ਹੀ ਹੈ। ਸਰੀਰ ਕਰਕੇ ਤੇ ਆਪਾਂ ਸਾਰੀ ਮਾਇਆ ਵਿੱਚ ਹਾਂ, ਪਰ ਸੁਰਤ ਕਰਕੇ ਸਾਡੇ ਵਿੱਚੋਂ ਕਈ ਮਾਇਆ ਵਿੱਚ ਫਸੇ ਹੋਏ ਨੇ, ਕਈ ਮਾਇਆ ਕਰਕੇ ਨਿਰਲੇਪ। ਜਿਨ੍ਹਾਂ ਤੇ ਕਿਰਪਾ ਹੋ ਗਈ, ਜਿਹੜੇ ਭਾਣੇ ਵਿੱਚ ਚੱਲ ਪਏ, ਧਰਮ ਕਮਾਉਣ ਲੱਗ ਪਏ, ਉਹ ਤੇ ਉਹਨੇ ਕੱਢ ਕੇ ਬਚਾ ਲਏ, ਮਾਇਆ ਵਿੱਚ ਡੁੱਬਣ ਤੋਂ ਬਚਾ ਲਏ। ਮੋਹ ਮਾਇਆ 'ਚ, ਹੰਕਾਰ 'ਚ, ਈਰਖਾ 'ਚ, ਦਵੈਸ਼ 'ਚ, ਬੁਰਾਈਆਂ, ਛਲ ਕਪਟ, ਔਗਣ ਵਿਕਾਰ, ਇਹਨਾਂ ਸਾਰਿਆਂ ਤੋਂ ਉਹਨਾਂ ਦਾ ਬਚਾਅ ਹੋ ਗਿਆ।
ਤੇ ਜਿਨ੍ਹਾਂ ਦੀ ਸੁਰਤ ਹੈ ਨਹੀਂ ਸੀ, ਜਿਹੜੇ ਮਾਇਆ ਸੰਸਾਰ ਜ਼ਹਿਰ ਵਸਤੂਆਂ ਪਦਾਰਥ ਛਲ ਕਪਟ ਧੋਖੇ ਧੜੀ ਬੁਰਾਈਆਂ ਵਾਲੇ ਪਾਸੇ ਜਾਣਾ ਲੋਚਦੇ ਸੀ, ਕਹਿੰਦੇ ਉੱਥੇ ਹੀ ਨਿਵਾਸ ਦਿੱਤਾ ਉਹਨਾਂ ਨੂੰ, ਉਹ ਦਲ ਵਿੱਚ ਫਸਾ ਦਿੱਤੇ। ਉਹਨਾਂ ਦਾ ਨਿਵਾਸ ਉੱਥੇ ਹੀ ਹੈ। ਹੁਣ ਨਿਵਾਸ ਕਿਵੇਂ ਹੈ? ਨਿਵਾਸ ਹੈ ਮਨ ਦਾ ਨਿਵਾਸ ਉੱਥੇ ਹੈ, ਸੁਰਤ ਉੱਥੇ ਹੀ ਫਸੀ ਹੋਈ ਹੈ। ਰਹਿਰਾਸ ਸਾਹਿਬ ਦੇ ਵਿੱਚ ਰੋਜ਼ ਤੁਸੀਂ ਪੰਕਤੀ ਪੜ੍ਹਦੇ ਹੋ, ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈਂ ਡੁਬੀਐ। ਪੰਕਜ ਮੋਹ ਕਹਿੰਦੇ ਮੋਹ ਰੂਪੀ ਚਿੱਕੜ ਦੇ ਵਿੱਚ ਸਾਡੇ ਜੀਵਾਂ ਦੇ ਪੈਰ ਫਸੇ ਹੋਏ ਨੇ, ਪੱਗ ਨਹੀਂ ਚੱਲੈ, ਅਸੀਂ ਤੁਰ ਨਹੀਂ ਸਕਦੇ। ਹਮ ਦੇਖਾ ਤਹਿ ਡੁਬੀਐ, ਮੈਂ ਦੇਖ ਰਿਹਾ ਨਿਤਾ ਪ੍ਰਤੀ ਸੰਸਾਰ ਦੇ ਬਹੁਤੇ ਲੋਕ ਇਸ ਮੋਹ ਦੇ ਚਿੱਕੜ ਵਿੱਚ ਡੁੱਬ ਰਹੇ ਹਨ। ਹੁਣ ਅਸੀਂ ਸਰੀਰ ਕਰਕੇ ਨਹੀਂ ਡੁੱਬ ਰਹੇ, ਸੁਰਤ ਮੋਹ ਦੇ ਵਿੱਚ ਜਦੋਂ ਫਸ ਗਈ ਤੇ ਉਹ ਕਹਿੰਦੇ ਡੁੱਬ ਗਈ ਹੈ। ਤਾਂ ਹੀ ਮਹਾਰਾਜ ਨੇ ਕਿਹਾ ਸੀ ਵੀ ਅਸੀਂ ਮਾਇਆ ਵਿੱਚ ਨਿਵਾਸ ਨਹੀਂ ਕਰਨਾ, ਅਸੀਂ ਗੁਰਮੁਖ ਮਾਇਆ ਵਿੱਚ ਉਦਾਸੀ। ਗੁਰਮੁਖ ਦਾ ਅਰਥ ਹੈ ਜਿਹੜਾ ਜਿਸ ਜੀਵ ਦਾ, ਜਿਸ ਇਨਸਾਨ ਦਾ ਮੁੱਖ ਗੁਰੂ ਵੱਲ ਹੋ ਗਿਆ, ਜਿਹਨੇ ਗੁਰੂ ਵਾਲਾ ਮੁੱਖ ਗੁਰੂ ਵਾਲੀ ਮੱਤ ਅਪਣਾ ਲਈ, ਉਹ ਮਾਇਆ ਵਿੱਚ ਰਹਿ ਕੇ ਵੀ ਉਦਾਸ ਹੁੰਦਾ। ਇੱਕ ਦਾ ਮਾਇਆ ਵਿੱਚ ਨਿਵਾਸ ਹੈ, ਇੱਕ ਮਾਇਆ ਤੋਂ ਉਦਾਸ ਹੈ, ਦੋਵੇਂ ਸੁਰਤ ਕਰਕੇ ਨੇ। ਤੇ ਭਾਣੇ ਵਿੱਚ ਚੱਲਣ ਵਾਲਾ ਜਿਹੜਾ ਸੱਚ ਨੂੰ ਸਮਝ ਗਿਆ, ਜਿਹਨੂੰ ਸੁਲਝੀ ਆ ਗਈ ਵੀ ਖੇਡ ਪਰਮੇਸ਼ਰ ਦੀ ਆ, ਚਲਾਉਣੀ ਉਹਨੇ ਹੈ, ਅਕਾਲ ਪੁਰਖ ਨੇ ਸਾਨੂੰ ਸਮਾਂ ਦਿੱਤਾ ਹੈ, ਅਸੀਂ ਆਪਣੇ ਜੀਵਨ ਵਿੱਚ ਆ ਕੇ ਚੰਗਾ ਕਰਮ ਕਰਕੇ, ਹੁਕਮ ਮੰਨ ਕੇ, ਭਾਣੇ ਵਿੱਚ ਚੱਲ ਕੇ, ਦੁੱਖ ਸੁੱਖ ਨੂੰ ਇੱਕ ਸਮਾਨ ਮੰਨ ਕੇ, ਠੀਕ ਹੈ, ਅਸੀਂ ਤੇ ਉਹਦੇ ਵਿੱਚ ਲੀਨ ਹੋਣ ਵਾਸਤੇ ਆਏ ਹਾਂ। ਸਰੀਰ ਇੱਕ ਜਰੀਆ, ਸਰੀਰ ਇੱਕ ਸਾਧਨ ਹੈ। ਜਿਤਨਾ ਚਿਰ ਸਰੀਰ ਵਿੱਚ ਆ ਉਤਨਾ ਚਿਰ ਇਹ ਖੇਡ ਸਾਡੀ ਖੇਡੀ ਜਾ ਸਕਦੀ ਹੈ, ਤੇ ਇਹ ਤੋਂ ਬਾਅਦ ਰਹਿਣੀ ਕੁਛ ਨਹੀਂ। ਉਹ ਤੇ ਫਿਰ ਆਪਣੀ ਸੁਰਤ ਨੂੰ ਹੌਲੀ ਹੌਲੀ ਨਿਰਲੇਪ ਕਰਨਾ ਸ਼ੁਰੂ ਕਰ ਦਿੰਦੇ ਆ। ਇੱਕਨਾਂ ਨੂੰ ਸਭ ਸੋਝੀ ਆ, ਇੱਕ ਫਿਰਦੇ ਬੇਪਰਵਾਹ। ਜਿਨ੍ਹਾਂ ਨੂੰ ਸੋਝੀ ਆ ਗਈ ਉਹ ਬਚ ਗਏ, ਜਿਹੜੇ ਬੇਪਰਵਾਹ ਫਿਰਦੇ ਰਹੇ ਉਹ ਫਿਰ ਕਹਿੰਦੇ ਉਹਨਾਂ ਨੇ ਮਾਇਆ ਨੂੰ, ਸੰਸਾਰ ਨੂੰ, ਪਦਾਰਥਾਂ ਨੂੰ, ਧਨ ਦੌਲਤ ਨੂੰ ਜ਼ਿੰਦਗੀ ਦਾ ਗੋਲ ਮੰਨ ਲਿਆ। ਉਹਨਾਂ ਦਾ ਏਮ ਆਫ ਲਾਈਫ ਹੋ ਗਿਆ ਧਨ ਦੌਲਤ ਰੁਪਈਆ ਪੈਸਾ, ਵੀ ਜਿਵੇਂ ਮਰਜ਼ੀ ਆਵੇ, ਕਿਸੇ ਨੂੰ ਮਾਰ ਕੇ ਆ, ਜੰਮ ਕੇ ਆ, ਖਤਮ ਕਰਕੇ ਆ, ਲੁੱਟ ਕੇ ਆਉਣਾ ਚਾਹੀਦਾ। ਉਹ ਮਹਾਰਾਜ ਕਹਿੰਦੇ ਉਹ ਮਾਇਆ ਵਿੱਚ ਨਿਵਾਸ, ਉਹਨਾਂ ਦਾ ਨਿਵਾਸ ਸੁਰਤ ਕਰਕੇ ਉੱਥੇ ਹੀ ਫਸ ਗਿਆ, ਉਹ ਮਾਇਆ ਵਿੱਚ ਡੁੱਬ ਰਹੇ ਹਨ। ਏਵ ਭੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਪਾਣੀ ਜਾ। ਹੁਣ ਦੂਜੇ ਪਾਤਸ਼ਾਹ ਕੀ ਕਹਿ ਰਹੇ ਨੇ? ਕਹਿੰਦੇ ਪਰ ਹੁਣ ਇਹ ਗੱਲ ਦਾਅਵੇ ਨਾਲ ਕਹੀ ਨਹੀਂ ਜਾ ਸਕਦੀ। ਇਹ ਭੇ ਆਖ ਨਾ ਜਾਪਈ ਦਾ ਅਰਥ ਹੈ ਆਖੀ ਨਹੀਂ ਜਾ ਸਕਦੀ, ਸਮਝਾਈ ਨਹੀਂ ਜਾ ਸਕਦੀ, ਇਸ ਗੱਲ ਤੇ ਦਾਅਵਾ ਨਹੀਂ ਕੀਤਾ ਜਾ ਸਕਦਾ। ਤੇ ਦੂਜੇ ਪਾਤਸ਼ਾਹ ਕਹਿ ਰਹੇ ਨੇ ਕਿ ਪਰਮੇਸ਼ਰ ਦੀ ਬਖਸ਼ਿਸ਼ ਕਿਸ ਉੱਪਰ ਕਦੋਂ ਕਿਵੇਂ ਕਿੰਨੀ ਹੋ ਜਾਏ। ਇਹ ਸੱਚ ਗੁਰਮਤ ਜਾਂ ਰੱਬੀ ਬਖਸ਼ਿਸ਼ ਕਿਹਨੂੰ ਰਾਸ ਆ ਜਾਏ। ਕਿਉਂਕਿ ਜਿਹੜਾ ਸੱਚ ਹੈ ਨਾ, ਇਹ ਹਰੇਕ ਨੂੰ ਰਾਸ ਨਹੀਂ ਆਉਂਦਾ। ਸੱਚ ਦਾ ਰਾਸ ਹੋਣਾ ਬਹੁਤ ਔਖਾ ਹੈ। ਸੱਚ ਸਾਰਿਆਂ ਨੂੰ ਰਾਸ ਆ ਜਾਏ, ਐਸਾ ਅੱਜ ਤੱਕ ਇਤਿਹਾਸ ਜਿਤਨਾ ਹੋ ਚੁੱਕਿਆ ਮਨੁੱਖਤਾ ਦਾ, ਉਹਦੇ ਵਿੱਚ ਕਦੀ ਵੀ ਨਹੀਂ ਹੋਇਆ। ਇੱਕ ਸਮਾਂ ਜਿਹਨੂੰ ਸਤਯੁਗ ਦਾ ਸਮਾਂ ਕਹਿੰਦੇ ਨੇ, ਉਦੋਂ ਹੋ ਸਕਦਾ ਹੈ ਲੋਕ ਸਚਿਆਰੇ ਸੀ ਜਾਂ ਹੋਣ, ਪਰ ਅਜੋਕੇ ਸਮੇਂ ਵਿੱਚ ਅਸੀਂ ਇਹ ਗੱਲ ਨਹੀਂ ਮੰਨ ਸਕਦੇ ਕਿ ਸੱਚ ਸਾਰਿਆਂ ਨੂੰ ਰਾਸ ਆ ਜਾਏਗਾ। ਸੱਚ ਬੋਲਣ ਨਾਲ, ਸੱਚ ਕਹਿਣ ਨਾਲ, ਸੱਚ ਸੁਣਾਉਣ ਨਾਲ ਦੁਨੀਆ ਨੂੰ ਤਕਲੀਫ ਹੁੰਦੀ ਹੈ। ਲੋਕਾਂ ਨੂੰ ਹੋਈ, ਗੁਰੂ ਸਾਹਿਬ ਦੇ ਵੇਲੇ ਵੀ ਹੋਈ, ਅੱਜ ਵੀ ਹੋ ਰਹੀ ਹੈ, ਅੱਗੇ ਵੀ ਹੁੰਦੀ ਰਹੇਗੀ। ਤਾਂ ਹੀ ਮਹਾਰਾਜ ਨੇ ਕਿਹਾ ਵੀ ਇਹ ਤੇ ਕੋਈ ਵਿਰਲਾ ਜਿਹਨੂੰ ਇਹ ਰਾਸ ਆ ਜਾਏ, ਪਰ ਕਿਹਨੂੰ ਆ ਜਾਏ ਕੁਛ ਨਹੀਂ ਦੱਸ ਸਕਦੇ। ਗੁਰਬਾਣੀ ਦਾ ਸੱਚ ਕਿਹਨੂੰ ਰਾਸ ਆ ਜਾਏ ਕੀ ਕਹਿ ਸਕਦੇ ਹੋ? ਗੁਰੂ ਦੀ ਗੱਲ ਕਿਹਦੇ ਹਿਰਦੇ ਵਿੱਚ ਵਸ ਜਾਏ, ਕਿਹੜਾ ਇਹਨੂੰ ਦਿਲੋਂ ਜਾਣ ਤੋਂ ਆਤਮਿਕ ਮਾਨਸਿਕ ਤੌਰ ਤੇ ਮੰਨ ਲਏ, ਇਹਦੇ ਤੋਂ ਆਪਣਾ ਆਪ ਕੁਰਬਾਨ ਕਰਦੇ, ਕੀ ਕਹਿ ਸਕਦੇ ਹਾਂ? ਅਸੀਂ ਕਹਿੰਦੇ ਵੀ ਕਈ ਵਾਰੀ ਆਪਾਂ ਨੂੰ ਪਤਾ ਹੁੰਦਾ ਨਾ, ਅਸੀਂ ਇੱਕ ਸ਼ਬਦ ਵਰਤਦੇ ਹਾਂ, ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਫਿਜ਼ੀਕਲੀ ਤੌਰ ਤੇ ਕੋਈ ਬਿਮਾਰ ਹੈ, ਕੋਈ ਤਕਲੀਫ ਹੈ, ਦਵਾਈ ਬਹੁਤ ਵਧੀਆ ਡਾਕਟਰ ਨੇ ਦਿੱਤੀ ਹੈ ਪਰ ਲੱਗੀ ਨਹੀਂ। ਅਸੀਂ ਕਹਿੰਦੇ ਵੀ ਇਹਨੂੰ ਫਿੱਟ ਨਹੀਂ ਬੈਠੀ, ਇਹਨੂੰ ਰਾਸ ਨਹੀਂ ਆਈ, ਇਹਨੂੰ ਰਾਸ ਨਹੀਂ ਆਈ ਭਾਵ ਫਿੱਟ ਨਹੀਂ ਬੈਠੀ, ਲੱਗੀ ਨਹੀਂ। ਤੇ ਕਈਆਂ ਨੂੰ ਸਵਾਹ ਦੀ ਪੁੜੀ ਵੀ ਰਾਸ ਆ ਜਾਂਦੀ ਹੈ। ਆਪਾਂ ਕਹਿੰਦੇ ਵੀ ਇਹ ਤਾਂ ਸਵਾਹ ਦੀ ਪੁੜੀ ਨਾਲ ਹੀ ਰਾਸ ਆ ਗਿਆ, ਠੀਕ ਹੋ ਗਿਆ, ਇਹਨੂੰ ਫਿੱਟ ਬਹਿ ਗਈ। ਇਸੇ ਤਰ੍ਹਾਂ ਜਿਹੜਾ ਸੱਚ ਹੈ ਨਾ, ਗੁਰੂ ਸਾਹਿਬ ਕਹਿੰਦੇ ਵੀ ਇਹਦਾ ਪਤਾ ਨਹੀਂ ਇਹ ਕਦੋਂ ਕਿਹਨੂੰ ਫਿੱਟ ਬੈਠ ਜਾਏ, ਕਿਹਨੂੰ ਰਾਸ ਆ ਜਾਏ, ਕੌਣ ਇਸ ਗੁਰਮਤ ਦੇ ਉੱਪਰ ਚੱਲ ਪਏ, ਕਿਹਨੂੰ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਦੇ ਉੱਪਰ ਚੱਲਣ ਦੀ ਜਾਂਚ ਆ ਜਾਏ, ਕੌਣ ਇੱਥੇ ਬੰਦ ਕਟਵਾ ਜਾਏ, ਕੌਣ ਕੋਪਰੀਆਂ ਲੋਹਾ ਜਾਏ, ਕੌਣ ਇੱਥੇ ਆਪਣਾ ਪਾਰੇ ਨਾਲ ਚਿਰਵਾ ਜਾਏ, ਕੀ ਪਤਾ ਲੱਗਦਾ।
1984 ਦੇ ਦਿਨ ਸ਼ੁਰੂ ਹੋਏ ਨੇ ਜੀ, 1 ਜੂਨ 1984 ਦਾ ਸਾਕਾ 37ਵੀਂ ਯਾਦਗਾਰ। ਤੁਹਾਨੂੰ ਯਾਦ ਹੋਣਾ ਚਾਹੀਦਾ, ਇੱਕ ਭਾਈ ਮੋਹਰ ਸਿੰਘ ਸ਼ਹੀਦ ਹੋਏ ਨੇ 2-3 ਤਰੀਕ ਨੂੰ। ਮੋਹਰ ਸਿੰਘ ਜੀ ਹਿੰਦੂ ਪਰਿਵਾਰ ਚੋਂ ਸਨ, ਹਿੰਦੂ ਪਰਿਵਾਰ ਜਨਮ ਹੋਇਆ, ਹਿੰਦੂ ਪਰਿਵਾਰ ਚ ਪਰਵਰਿਸ਼ ਹੋਈ, ਬਟ ਜਦੋਂ ਵੱਡੇ ਹੋਏ ਗੁਰੂ ਘਰ ਨਾਲ ਪਿਆਰ ਬਣਿਆ, ਸੰਤ ਬਾਬਾ ਜਰਨੈਲ ਸਿੰਘ ਉਹਨਾਂ ਕੋਲ ਜਾਂਦੇ ਸੀ, ਸਿੱਖਿਆਵਾਂ ਸੁਣੀਆਂ, ਅੱਛਾ ਲੱਗਿਆ, ਅੰਮ੍ਰਿਤਧਾਰੀ ਹੋ ਗਏ, ਪਰਿਵਾਰ ਅੰਮ੍ਰਿਤਧਾਰੀ ਹੋ ਗਿਆ। ਉਹਨਾਂ ਦੀਆਂ 3 ਬੇਟੀਆਂ ਸੀ, 2 ਬੇਟੀਆਂ 1 ਬੇਟਾ ਸੀ ਤੇ ਉਹਨਾਂ ਦੀ ਪਤਨੀ। ਇਸ ਜੂਨ 1984 ਦੇ ਘੱਲੂ ਘਾਰੇ ਵਿੱਚ ਉਹਨਾਂ 5 ਜੀਆਂ ਨੇ, ਗੁਰੂ ਘਰ ਵਿੱਚ ਰਹਿੰਦੇ ਸਨ, ਗੁਰਬਾਣੀ ਸੁਣਨਾ, ਗੁਰਬਾਣੀ ਪੜ੍ਹਨਾ, ਮਤਲਬ ਇੰਨਾ ਕੁ ਉਹਨਾਂ ਦਾ ਮਨ ਗੁਰਮੁਖਤਾਈ ਦੇ ਰੰਗ ਵਿੱਚ ਰੰਗਿਆ ਗਿਆ ਤੇ ਉਹਨਾਂ ਨੇ ਕਹਿ ਦਿੱਤਾ ਸੀ ਵੀ ਜੇ ਸਰਕਾਰ ਨੇ ਇੱਥੇ ਹਮਲਾ ਕੀਤਾ ਤੇ ਅਸੀਂ ਸ਼ਹੀਦ ਹੋਣਾ ਆਪਣੇ ਵੱਡੇ ਭਾਗ ਸਮਝਾਂਗੇ। ਤੇ ਹੋਇਆ ਵੀ। ਜਦੋਂ ਟੈਂਕ ਅੰਦਰ ਧਸੇ ਨੇ ਨਾ ਪਰਿਕਰਮਾ ਵਿੱਚ, ਭਾਈ ਮੋਹਰ ਸਿੰਘ ਨੇ ਆਪਣੀਆਂ 2 ਬੇਟੀਆਂ ਤੇ 1 ਬੇਟੇ ਨੂੰ, ਤਿੰਨਾਂ ਬੱਚਿਆਂ ਨੂੰ ਉਹਨਾਂ ਦੇ ਸ਼ਰੀਰਾਂ ਨਾਲ ਬੰਬ ਬੰਨ ਕੇ ਟੈਂਕਰਾਂ ਵਿੱਚ ਸੁੱਟੇ ਸਨ। ਟੈਂਕਾਂ ਵਿੱਚ ਉਹ ਟੈਂਕ ਫਟ ਗਏ ਸਨ, ਟੈਂਕ ਧੱਸ ਗਏ ਸਨ, ਟੈਂਕ ਅੱਗੇ ਨਹੀਂ ਜਾ ਸਕੇ, ਟੈਂਕਾਂ ਦਾ ਸਤਿਆਨਾਸ਼ ਹੋ ਗਿਆ। ਉਹਨਾਂ ਦੀ ਪਤਨੀ ਨੇ ਵੀ ਤੇ ਉਹਨਾਂ ਨੇ ਵੀ 5 ਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਹੁਣ ਉਹੀ ਟਾਈਮ ਹੈ ਜਦੋਂ ਜਿਹੜੇ ਲੀਡਰ ਸਨ, ਆਗੂ ਸਨ, ਉਹ ਹੱਥ ਖੜੇ ਕਰਕੇ ਆਪਣਾ ਆਪ ਬਚਾ ਕੇ, ਸ਼ਰੀਰਾਂ ਨੂੰ ਬਚਾ ਕੇ, ਮਿੱਟੀ ਨੂੰ ਬਚਾ ਕੇ ਬਾਹਰ ਨਿਕਲੇ ਆਏ। ਤੇ ਇੱਕ ਉਹ ਬੰਦਾ ਜਿਹਦਾ ਸਿੱਖੀ ਵਿੱਚ ਜਨਮ ਨਹੀਂ ਹੋਇਆ, ਸਿੱਖੀ ਵਿੱਚ ਪਲਿਆ ਵੱਡਿਆ ਨਹੀਂ, ਪਰ ਕਿੰਨੇ ਥੋੜੇ ਸਮੇਂ ਵਿੱਚ ਬਖਸ਼ਿਸ਼ ਹੋਈ, ਉਹਨੇ ਆਪਣਾ ਆਪ ਕੁਰਬਾਨ ਕਰਨਾ ਵੱਡੇ ਭਾਗ ਸਮਝਿਆ। ਜੇ ਕਿਸੇ ਆਣੇ ਰਾਸ, ਇਹ ਮੈਂ ਕੇਵਲ ਇੱਕ ਉਦਾਹਰਨ ਰੱਖੀ ਹੈ, ਪਤਾ ਨਹੀਂ ਹੋਰ ਬਹੁਤ ਸੈਂਕੜੇ ਉਦਾਹਰਨਾਂ ਹੋਣਗੀਆਂ ਕਿ ਜਦੋਂ ਧਰਮ ਲਈ ਮਿੱਟੀ ਦਾ ਭਾਂਡਾ ਠੀਕਰਾ ਭੰਨ ਦੇਣਾ, ਇਹ ਠੀਕਰਾ ਹੀ ਆ ਨਾ। ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਤੇਗ ਬਹਾਦਰ ਮਹਾਰਾਜ ਪ੍ਰਤੀ, ਠੀਕਰ ਫੋਰ ਦਿੱਲੀਸ ਸਿਰ, ਦਿੱਲੀ ਦੇ ਸਿਰ ਤੇ, ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ, ਉਹਦੇ ਸਿਰ ਦੇ ਉੱਪਰ ਇਹ ਮਿੱਟੀ ਦਾ ਠੀਕਰਾ ਭੰਨ ਦਿੱਤਾ। ਧਰਮ ਲਈ ਇਹ ਮਿੱਟੀ ਦਾ ਠੀਕਰਾ ਕੁਰਬਾਨ ਕਰਨਾ, ਗੁਰਸਿੱਖ ਇਹਨੂੰ ਆਪਣਾ ਬਹੁਤ ਵੱਡੇ ਭਾਗ ਸਮਝਦੇ ਵੀ ਧਰਮ ਦੇ ਲੇਖੇ ਲੱਗ ਜਾਏ। ਉਹ ਕਹਿੰਦੇ ਬਿਮਾਰੀ ਨਾਲ, ਐਕਸੀਡੈਂਟ ਨਾਲ ਉਮਰ ਪੂਰੀ ਕਰਕੇ ਤੇ ਮਰਨਾ ਹੀ ਹੈ, ਉਹ ਕਿਸੇ ਗਿਣਤੀ ਵਿੱਚ ਨਹੀਂ ਹੈ। ਪਰ ਜੇ ਇਹ ਜਿੰਦ ਜਾਨ ਸਰੀਰ ਧਰਮ ਦੇ ਲੇਖੇ ਲੱਗ ਜਾਏ, ਇਹ ਸਾਡੇ ਵੱਡੇ ਭਾਗ ਨੇ ਕਿ ਮਾਲਕ ਨੇ ਸਾਡੇ ਸਰੀਰ ਨੂੰ, ਸਾਡਾ ਸੰਸਾਰ ਵਿੱਚ ਆਉਣ ਨੂੰ ਪ੍ਰਵਾਨ ਕੀਤਾ। ਪ੍ਰਾਤਨ ਸਿੰਘਾਂ ਦੇ ਵਿੱਚ ਇਹ ਵਿਚਾਰਾਂ ਚੱਲਿਆ ਕਰਦੀਆਂ ਸੀ, ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੁੰਦਾ ਸੀ, ਕਿਉਂਕਿ ਗੁਰਬਾਣੀ ਜਾਂ ਸੱਚ ਉਹਨਾਂ ਨੂੰ ਰਾਸ ਆ ਗਿਆ, ਫਿੱਟ ਬੈਠ ਗਿਆ। ਉਹਨਾਂ ਨੇ ਪੜ੍ਹ ਲਿਆ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡਾ, ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ। ਮਨ ਮਰ ਗਿਆ। ਜਦੋਂ ਮਨ ਮਰ ਜਾਏ ਨਾ, ਮਨ ਦੀ ਮਰਜ਼ੀ ਮਰ ਜਾਏ, ਮਨ ਦਾ ਹੰਕਾਰ ਮਰ ਜਾਏ, ਮਨ ਦੀ ਸੋਚ ਮੋਹ ਮਰ ਜਾਏ, ਉਦੋਂ ਤਨ ਮਰਨਾ ਜਾਂ ਤਨ ਨੂੰ ਮਾਰ ਦੇਣਾ ਕੋਈ ਵੱਡੀ ਗੱਲ ਨਹੀਂ। ਫਿਰ ਤਨ ਤੇ ਉਹਨੂੰ ਪਤਾ ਵੀ ਠੀਕ ਕਰਾਈ ਹੈ, 40 ਚ ਨਹੀਂ ਭੰਨਿਆ, 70 ਤੇ ਜਾ ਕੇ ਤੈਨੇ ਭੰਨਿਆ ਜਾਣਾ, 60 ਚ ਖਤਮ ਹੋ ਜਾਏਗਾ। ਪਰ ਜੇ ਗੁਰੂ ਲਿਖ ਕੇ ਲੱਗ ਜਾਏ, ਕਹਿੰਦੇ 40 ਚ ਵੀ ਪ੍ਰਵਾਨ। ਸਾਹਿਬਜ਼ਾਦੇ 5 ਤੇ 7 ਸਾਲਾਂ ਦੀ ਉਮਰ ਚ ਵੀ ਪੂਰਾ ਕਰੇ, ਕਿਉਂਕਿ ਰਾਸ ਆ ਗਿਆ। ਇਸ ਕਰਕੇ ਗੁਰਬਾਣੀ ਜਾਂ ਸੱਚ ਦਾ, ਧਰਮ ਦਾ ਰਾਸ ਹੋਣਾ, ਭਾਵ ਸਾਨੂੰ ਪ੍ਰਵਾਨ ਹੋਣਾ, ਇਹ ਸਭ ਤੋਂ ਵੱਡੀ ਗੱਲ। ਪਰ ਮਹਾਰਾਜ ਕਹਿੰਦੇ ਵੀ ਇਹ ਪਤਾ ਕੁਛ ਨਹੀਂ ਕਦੋਂ ਕਿਤੇ ਬਖਸ਼ਿਸ਼ ਹੋ ਜਾਏ। ਕੁਛ ਇਨਸਾਨ ਹੁੰਦੇ ਨੇ ਸਾਰੀ ਉਮਰ ਉਹਨਾਂ ਦੀ ਅਗਿਆਨਤਾ ਵਿੱਚ, ਭਰਮਾਂ ਵਿੱਚ ਪਖੰਡ ਕਰਦੇ ਆ, ਆਡੰਬਰ ਕਰਦੇ ਆ, ਬਿਕਾਰੀ ਜ਼ਿੰਦਗੀ ਜੀਂਦੇ ਆ, ਜ਼ਹਿਰ ਪੀਂਦੇ ਆ, ਨਸ਼ੇ ਕਰਦੇ ਆ, ਬਤੀਤ ਹੋ ਜਾਂਦੀ। ਪਤਾ ਨਹੀਂ 50, 60, 70 ਸਾਲ ਤੇ ਜਾ ਕੇ ਐਸਾ ਜੀਵਨ ਵਿੱਚ ਪਲਟਾ ਆਉਂਦਾ, ਅੰਮ੍ਰਿਤਧਾਰੀ ਹੋ ਜਾਂਦੇ ਨੇ, ਗੁਰਸਿੱਖ ਬਣ ਗੁਰੂ ਘਰ ਜਾਣ ਲੱਗ ਜਾਂਦੇ ਨੇ, ਧਰਮ ਦਾ ਪ੍ਰਚਾਰ ਕਰਨ ਲੱਗ ਜਾਂਦੇ ਨੇ। ਤੇ ਉਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਅਸੀਂ ਆਪਣੀ ਸਾਰੀ ਜ਼ਿੰਦਗੀ ਭੰਗ ਦੇ ਪਾਣੇ ਗਵਾ ਲਈ, ਹੁਣ ਵੀ ਕਿਤੇ ਗੁਰੂ ਮਿਹਰ ਕਰਦੇ ਸਾਡਾ ਜੀਵਨ ਸਫਲ ਹੈ। ਆਖਰੀ ਪਲ ਤੇ ਜਾ ਕੇ, ਤੇ ਕਈਆਂ ਦਾ ਉਲਟਾ ਹੋ ਜਾਂਦਾ ਹੈ, ਸਾਰੀ ਜ਼ਿੰਦਗੀ ਬੜੀ ਵਧੀਆ ਲੰਘਦੀ ਹੈ, ਗੁਰਮੁਖਤਾਈ ਵਾਲਾ ਜੀਵਨ, ਚੰਗਾ ਜੀਵਨ, ਪਾਠ ਕਰਦੇ ਆ, ਸੇਵਾ ਕਰਦੇ ਆ, ਪਰ ਜ਼ਿੰਦਗੀ ਦੇ ਅਖੀਰਲੇ ਪਲਾਂ 'ਚ ਜਾ ਕੇ ਮਨ ਬੇਈਮਾਨ ਹੋ ਗਿਆ, ਮਨ ਡੋਲ ਗਿਆ, ਕਰਮਾਂ 'ਚ ਪੈ ਗਿਆ, ਪੁੱਠੇ ਕਰਮਾਂ 'ਚ ਪੈ ਗਿਆ, ਉੱਥੇ ਦੂਸਰਾ ਪਾਸਾ ਵੀ ਚੱਲ ਪੈਂਦਾ। ਤਾਂ ਮਹਾਰਾਜ ਨੇ ਕਿਹਾ ਇਹ ਪਿਆ ਆਖ ਨਾ ਜਾਪੇ, ਕਹਿੰਦੇ ਦਾਵਾ ਨਹੀਂ ਹੈ ਕੌਣ ਕਿਵੇਂ ਕੀ ਹੋ ਜਾਏ, ਨਾਨਕ ਗੁਰਮੁਖੀ ਜਾਣੀਆਂ ਜਾ ਕੋ ਆਪ ਕਰੇ ਪ੍ਰਗਾਸ਼। ਹੁਣ ਪ੍ਰਗਾਸ਼ ਸ਼ਬਦ ਆਇਆ ਗੁਰਬਾਣੀ ਵਿੱਚ, ਇਹਦਾ ਅਰਥ ਸਮਝੋ, ਗੁਰਬਾਣੀ ਵਿੱਚ ਇਹਦਾ ਅਰਥ ਹੈ ਚਾਨਣ, ਪ੍ਰਗਾਸ਼। ਤੇ ਦੂਜੀ ਬੇਨਤੀ ਹੈ ਵੀ ਪ੍ਰਗਾਸ਼ ਸ਼ਬਦ ਹੀ ਗੁਰਬਾਣੀ ਵਿੱਚ ਆਇਆ, ਪ੍ਰਕਾਸ਼ ਸ਼ਬਦ ਨਹੀਂ ਆਇਆ, ਕੱਕੇ ਨਾਲ ਨਹੀਂ ਆਇਆ। ਮਾਤਾਵਾਂ ਭੈਣਾਂ ਸੁਖਮਨੀ ਸਾਹਿਬ ਤੁਸੀਂ ਰੋਜ਼ ਪੜ੍ਹਦੇ ਹੋ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ। ਹੁਣ ਪ੍ਰਕਾਸ਼ ਨਹੀਂ ਹੈ, ਪ੍ਰਗਾਸ਼। ਪ੍ਰਗਾਸ਼ ਹੋਇਆ ਜਦੋਂ ਮਨ ਵਿੱਚ। ਬਲਜੀਤ ਕੌਰ ਜੀ ਆਪਣਾ ਮਾਈਕ ਮਿਊਟ ਕਰਿਓ। ਕਲਾਸ ਤੇ ਧਰਤੀ ਕੰਬਣ ਲੱਗ ਗਈ, ਦੇਵਤੇ ਕੰਬਣ ਲੱਗ ਗਏ। ਉਹਦਾ ਅਰਥ ਕੀ ਸੀ ਵੀ ਜਦੋਂ ਮਨ ਦੇ ਵਿੱਚ ਗਿਆਨ ਹੋ ਜਾਏ ਨਾ, ਸੱਚ ਦਾ ਚਾਨਣ ਹੋ ਜਾਏ,
ਉਹ ਤੋਂ ਫਿਰ ਸਾਰੀ ਦੁਨੀਆ ਡਰਨ ਲੱਗ ਜਾਂਦੀ ਹੈ। ਸਾਰੀ ਦੁਨੀਆ ਡਰਦੀ ਹੈ ਸੱਚ ਦੇ ਗਿਆਨ ਤੋਂ, ਸੱਚ ਦੇ ਬੋਧ ਤੋਂ। ਸੱਚ ਕਿਤਨੀ ਵੱਡੀ ਸ਼ਕਤੀ ਹੈ। ਤੋ ਗੁਰਬਾਣੀ ਨੇ ਪ੍ਰਗਾਸ ਸ਼ਬਦ ਵਰਤਿਆ ਹੈ, ਅਧਿਆਤਮਿਕ ਚਾਨਣ। ਪ੍ਰਕਾਸ਼ ਸ਼ਬਦ ਕੱਕੇ ਨਾਲ ਗੁਰਬਾਣੀ 'ਚ ਵਰਤਿਆ ਹੀ ਨਹੀਂ ਗੁਰੂ ਸਾਹਿਬ ਨੇ। ਇਸ ਕਰਕੇ ਗੁਰਬਾਣੀ ਇਸ ਜਗ ਮੈਂ ਚਾਨਣ। ਹੁਣ ਦੂਜਾ ਫੇਰ ਆ ਗਿਆ ਜੀ ਜਗ ਸ਼ਬਦ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਕਹਿੰਦੇ ਇਸ ਜਗ, ਜਗ ਦਾ ਅਰਥ ਹੈ ਸਰੀਰ ਦੇ ਅੰਦਰ। ਗੁਰਬਾਣੀ ਸਰੀਰ ਦੇ ਅੰਦਰ ਚਾਨਣ ਕਰਦੀ ਹੈ। ਬਾਹਰ ਚਾਨਣ ਕਰਨਾ ਹੈ ਤੇ ਸਾਨੂੰ ਲਾਈਟਾਂ ਜਗਾਉਣੀਆਂ ਪੈਂਦੀਆਂ, ਬੱਲਬ ਨੇ, ਦੀਵੇ ਨੇ। ਪਰ ਜੇ ਅੰਦਰ ਚਾਨਣ ਕਰਨਾ ਹੈ ਫਿਰ ਗੁਰਬਾਣੀ ਦੀ ਲੋੜ ਹੈ, ਗੁਰਬਾਣੀ ਦੇ ਗਿਆਨ ਦੀ ਲੋੜ ਹੈ। ਸਮਝ ਆ ਗਈ ਨਾ। ਇਸ ਕਰਕੇ ਜਗ ਤੇ ਪ੍ਰਕਾਸ਼ ਦੋਵੇਂ ਸ਼ਬਦਾਂ 'ਚ ਆਪਾਂ ਨੂੰ ਕਲੀਅਰ ਹੋ ਜਾਣੇ ਚਾਹੀਦੇ ਨੇ। ਜੇ ਹਲੇ ਵੀ ਕਿਸੇ ਨੂੰ ਕੋਈ ਡਾਊਟ ਹੈ ਜਾਂ ਕਿਸੇ ਕਿਸਮ ਦਾ ਕੋਈ ਥੋੜਾ ਬਹੁਤਾ ਸ਼ੰਕਾ ਹੈ, ਆਪਾਂ ਹੁਣੇ ਹੀ ਉਹਨੂੰ ਨਾਲ ਦੀ ਨਾਲ ਨਿਵਰਤ ਕਰਾਂਗੇ। ਤੁਸੀਂ ਗੱਲ ਕਰ ਲਓ। ਨਾਨਕ ਗੁਰਮੁਖ ਜਾਣੀਐ ਜਾਕੂ ਆਪ ਕਰੇ ਪ੍ਰਗਾਸ। ਕਹਿੰਦੇ ਨਾਨਕ ਗੁਰਮੁਖ ਜਾਣੀਐ। ਹੁਣ ਕਹਿੰਦੇ ਜਾਣੇਗਾ ਕੌਣ? ਇਹ ਜਿਹੜਾ ਗੁਰਬਾਣੀ ਦੀ ਰਮਜ ਹੈ, ਰਹੱਸ ਹੈ, ਇਹ ਜਿਹੜੀ ਗੁਰੂ ਸਾਹਿਬ ਨੇ ਭੇਦ ਖੋਲੇ ਨੇ, ਕੌਣ ਜਾਣੇਗਾ? ਗੁਰਮੁਖ। ਗੁਰਮੁਖ ਦਾ ਅਰਥ ਹੈ ਗੁਰੂ ਦੁਆਰਾ, ਗੁਰਮਤ ਦੁਆਰਾ, ਗੁਰੂ ਦੇ ਸੱਚ ਦੇ ਗਿਆਨ ਦੁਆਰਾ ਇਹਨੂੰ ਸਮਝਿਆ ਜਾ ਸਕਦਾ ਹੈ। ਤੇ ਸਮਝੇਗਾ ਵੀ ਉਹੀ ਜਾਕੋ ਆਪ ਕਰੇ ਪ੍ਰਗਾਸ, ਜਿਨ੍ਹਾਂ ਨੂੰ ਆਪ ਸੋਝੀ ਦੇਗਾ, ਆਪ ਚਾਨਣ ਦੇ ਦੇਗਾ, ਜਿਨ੍ਹਾਂ ਨੂੰ ਆਪ ਇਸ ਪਾਸੇ ਤੋਰੇਗਾ। ਹੁਣ ਦੇਖੋ ਗੁਰਬਾਣੀ ਬਹੁਤ ਦੁਨੀਆ ਪੜ੍ਹਦੀ ਹੈ, ਗੀਤਾ ਦਾ ਪਾਠ ਬਹੁਤ ਲੋਕ ਕਰਦੇ ਨੇ, ਹਨੂਮਾਨ ਚਾਲੀਸਾ ਪੜ੍ਹਿਆ ਜਾ ਰਿਹਾ, ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹੀਆਂ ਜਾ ਰਹੀਆਂ ਨੇ, ਬਾਈਬਲ ਦੇ ਸਾਰੇ ਟੈਸਟਾਮੈਂਟ ਪੜ੍ਹੇ ਜਾ ਰਹੇ ਨੇ। ਸਭ ਕੁਝ ਧਾਰਮਿਕ ਗ੍ਰੰਥਾਂ ਦਾ ਪਾਠ ਤੇ ਹੋ ਰਿਹਾ। ਪਰ ਉਹ ਗੱਲ ਫੇਰ ਉੱਥੇ ਖੜੀ ਹੈ, ਧਰਮ ਫੇਰ ਸਾਨੂੰ ਕਿਤੇ ਨਹੀਂ ਲੱਭ ਰਿਹਾ ਹੈਗਾ। ਕੂੜ ਅਮਾਵਸ ਸੱਚ ਚੰਦਰਮਾ, ਧਰਮ ਪੰਖ ਕਰ ਉੱਡ ਰਿਹਾ। ਧਰਮ ਤੇ ਕਹਿੰਦੇ ਖੰਭ ਲਾ ਕੇ ਉੱਡ ਗਿਆ, ਧਰਮ ਤੇ ਅੱਜ ਵੀ ਨਹੀਂ ਦਿਸਦਾ ਕਿਤੋਂ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗਿਆ ਦਾਨ ਵੇ ਲਾ ਲੋ, ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲੋ। ਸ਼ਰਮ ਤੇ ਧਰਮ ਤਾਂ ਗੁਰੂ ਸਾਹਿਬ ਕਹਿੰਦੇ ਵੀ ਉਦੋਂ ਹੀ ਉੱਡ ਗਏ ਸੀ, ਅੱਜ ਵੀ ਉੱਡੇ ਹੋਏ ਨੇ। ਪਰ ਧਰਮ ਦੇ ਨਾਂ ਤੇ ਦਿਖਾਵਾ ਤਾਂ ਬਹੁਤ ਆ, ਧਾਰਮਿਕ ਸਥਾਨ ਬਹੁਤ ਨੇ, ਕਮੇਟੀਆਂ ਬਹੁਤ ਨੇ, ਧਾਰਮਿਕ ਮਨੁੱਖ ਬਹੁਤ ਨੇ, ਧਰਮ ਫੇਰ ਨਹੀਂ ਹੈ। ਕਿਉਂਕਿ ਧਰਮ ਅਸਲ 'ਚ ਹੈ ਹੀ ਮਨ ਦਾ ਵਿਸ਼ਾ। ਧਰਮ ਜਿੰਨਾ ਚਿਰ ਸਾਡੇ ਅੰਦਰ ਚਾਨਣ ਨਹੀਂ ਹੁੰਦਾ, ਉਤਨਾ ਚਿਰ ਅਸੀਂ ਧਰਮੀ ਨਹੀਂ ਬਣਦੇ। ਤੇ ਮਹਾਰਾਜ ਕਹਿੰਦੇ ਹੁਣ ਇਹ ਚਾਨਣ ਕਿੱਥੇ ਹੋਏਗਾ? ਇਹ ਸੂਝੀ ਕਿਹਨਾਂ ਨੂੰ ਆਏਗੀ? ਜਾਕੂ ਆਪ ਕਰੇ ਪ੍ਰਗਾਸ, ਜਿਨ੍ਹਾਂ ਤੇ ਆਪ ਕਿਰਪਾ ਕਰ ਦੇ। ਯਤਨ ਅਸੀਂ ਕਰਨਾ ਹੈ ਸਮਝਣ ਦਾ, ਚੱਲਣ ਦਾ, ਤੁਰਨ ਦਾ। ਅਸੀਂ ਬਹੁਤ ਨੇੜੇ ਵੀ ਹੋ ਜਾਂਦੇ ਹਾਂ। ਪਰ ਜੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਕਹੀ ਸੀ, ਕਹਿੰਦੇ ਆਪਣ ਲਿਆ ਜੇ ਮਿਲਿਆ ਸਭ ਕੋ ਭਾਗਟ ਹੋਏ। ਕਹਿੰਦੇ ਜੇ ਆਪਣੀ ਸੋਝੀ ਨਾਲ, ਆਪਣੀ ਅਕਲ ਨਾਲ, ਆਪਣੀ ਮੱਤ ਨਾਲ, ਆਪਣੇ ਕਮਾਏ ਹੋਏ ਗਿਆਨ ਨਾਲ, ਆਪਣੀ ਬੁੱਧੀ ਨਾਲ, ਆਪਣੇ ਬਾਹੂਬਲ ਨਾਲ, ਤਾਕਤ, ਪੈਸੇ, ਰੁਪਈਏ ਨਾਲ ਸੱਚ ਮਿਲਦਾ ਹੁੰਦਾ, ਸੱਚ ਦਾ ਗਿਆਨ ਮਿਲਦਾ ਹੁੰਦਾ, ਅਧਿਆਤਮਿਕ ਸੋਝੀ ਮਿਲਦੀ ਹੁੰਦੀ, ਗੁਰੂ ਸਾਹਿਬ ਕਹਿੰਦੇ ਸਾਰੇ ਭਾਗਾਂ ਵਾਲੇ ਹੋ ਜਾਂਦੇ, ਸਾਰੀ ਦੁਨੀਆ ਫਿਰ ਅੱਜ ਧਰਮੀ ਬਣੀ ਹੁੰਦੀ। ਧਰਮ ਤਾਂ ਬੜੀ ਦੁਨੀਆ ਪੜ੍ਹ ਰਹੀ ਹੈ, ਲੋਕ ਪੜ੍ਹ ਰਹੇ ਨੇ, ਇਮਾਨਦਾਰੀ ਨਾਲ ਵੀ ਬੜੀ ਦੁਨੀਆ ਜਿਹੜੀ ਧਾਰਮਿਕ ਕਰਮ ਕਰ ਰਹੀ ਹੈ, ਧਰਮ ਵਾਲੇ ਪਾਸੇ ਤੁਰੀ ਹੈ। ਪਰ ਚਾਨਣ ਕਿਸੇ ਵਿਰਲੇ ਦੇ ਅੰਦਰ ਹੁੰਦਾ, ਸੱਚ ਦਾ ਚਾਨਣ। ਉੱਥੇ ਉਹਨੇ ਆਪ ਪ੍ਰਗਾਸ ਕੀਤਾ, ਆਪ ਬਖਸ਼ਿਸ਼ ਕੀਤੀ, ਉਹਨੇ ਆਪ ਤਰੁੱਠ ਕੇ। ਕੱਲ ਆਪਾਂ ਜਿਹੜਾ ਸ਼ਬਦ ਪੜ੍ਹਿਆ ਸੀ ਨਾ, ਤਰੁੱਠ ਕੇ, ਬਖਸ਼ਿਸ਼ ਨਾਲ ਨਿਵਾਜ ਕੇ ਪਸਾਓ, ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਉਸ ਉਹਦੀ ਅਸੀਂ ਹੁਣ ਮੈਂ ਨੇੜੇ ਕਰਾਂ ਗੱਲ ਨੂੰ, ਆਪਾਂ ਕਿਰਪਾ ਦੇ ਪਾਤਰ ਬਣਦਾ ਨਾਲ। ਕਿਰਪਾ ਦੇ ਪਾਤਰ ਬਣਨ ਦਾ ਫਾਇਦਾ ਕੀ ਹੁੰਦਾ ਹੈ? ਬਈ ਜਿਸ ਬੰਦੇ ਨੂੰ ਘੱਟ ਗਿਆਨ ਵੀ ਹੋਵੇ ਨਾ, ਘੱਟ ਸੋਝੀ ਹੋਵੇ, ਘੱਟ ਸਮਝ ਹੋਵੇ, ਬਖਸ਼ਿਸ਼ ਉਹ ਵੀ ਪੂਰੀ ਲਏਗਾ। ਵੱਧ ਗਿਆਨ ਵਾਲੇ ਨੂੰ ਜਿੰਨੀ ਬਖਸ਼ਿਸ਼ ਮਿਲਣੀ ਹੈ, ਜੇ ਕਿਰਪਾ ਹੋ ਜਾਏ ਨਾ, ਘੱਟ ਵਾਲੇ ਨੂੰ ਵੀ ਉਨੀ ਬਖਸ਼ਿਸ਼ ਮਿਲਦੀ ਹੈ ਜਿੰਨੀ ਵੱਧ ਵਾਲੇ ਨੂੰ ਮਿਲਦੀ ਹੈ। ਇਸ ਕਰਕੇ ਗੁਰਮਤ ਨੇ ਕਿਸੇ ਨਾਲ ਫਰਕ ਨਹੀਂ ਕੀਤਾ। ਉਹ ਕਹਿੰਦੇ ਕਿਰਪਾ ਦੇ ਪਾਤਰ ਬਣੋ, ਕਿਰਪਾ ਹੋ ਜਾਏ ਫਿਰ ਸਾਡੇ ਸਾਰਿਆਂ ਦਾ ਪਾਰ ਉਤਾਰ ਹੋ ਜਾਂਦਾ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੇਰੀ ਕਿਰਪਾ ਵਿੱਚ ਸਾਰੇ ਸੁੱਖ ਹਨ। ਤੋ ਕਿਰਪਾ ਦੇ ਪਾਤਰ ਅਸੀਂ ਬਣਨ ਦੀ ਕੋਸ਼ਿਸ਼ ਵੱਧ ਕਰਨੀ ਹੈ, ਤੇ ਪਰ ਯਤਨ ਉਹਦੇ ਵਾਸਤੇ ਵੀ ਕਰਨਾ ਪੈਣਾ ਹੈ। ਉਪਰਾਲਾ ਅਸੀਂ ਕਰਾਂਗੇ, ਮਨ ਦੇ ਵਿੱਚ ਉਹ ਭਾਵਨਾ ਦਾ ਬੀਜ ਫਲੀਭੂਤ ਹੋਏਗਾ। ਬੀਜ ਸਾਨੂੰ ਫਲੀਭੂਤ ਕਰਨਾ ਪਏਗਾ, ਫਲ ਉਹਨੇ ਆਪੇ ਹੀ ਲਾ ਦੇਣਾ ਹੈ। ਦੇਖੋ ਕਿਸਾਨ ਬੀਜ ਬੀਜਦਾ ਹੈ, ਕਿਸੇ ਵੀ ਫਸਲ ਦਾ ਬੀਜ ਬੀਜਦਾ ਹੈ, ਉਹਦੀ ਰਾਖੀ ਕਰਦਾ ਹੈ, ਫਸਲ ਨੂੰ ਪਾਣੀ ਲਾਉਂਦਾ ਹੈ, ਉਹਨੂੰ ਰੇਹਾਂ ਲਾਉਂਦਾ ਹੈ, ਉਹਦੀ ਜਿੰਨਾ ਵੀ ਹੋ ਸਕਦਾ ਪਾਲ ਪੋਸ ਕੇ ਜਿੰਨੀ ਫਸਲ ਵੱਡੀ ਹੋ ਜਾਂਦੀ ਹੈ, ਫਿਰ ਉਹ ਰੱਬ ਦੇ ਆਸਰੇ ਛੱਡ ਦਿੰਦਾ ਹੈ ਵੀ ਸੱਚੇ ਪਾਤਸ਼ਾਹ ਹੁਣ ਫਲ ਲੱਗੇ ਨਾ ਲੱਗੇ, ਘੱਟ ਲੱਗੇ ਵੱਧ ਲੱਗੇ, ਫਸਲ ਪੱਕੀ ਹੋਈ ਸੁੱਟਣੀ ਹੈ, ਸੁੱਕੀ ਹੋਈ ਨੂੰ ਫਲ ਲਾਉਣਾ, ਇਹ ਹੁਣ ਤੇਰੇ ਵਾਸਤੇ। ਫਲ ਲਾਉਣਾ ਮਾਲਕ ਦੇ ਵਾਸਤੇ, ਬੀਜ ਅਸੀਂ ਬੀਜਣਾ ਬੀਜ ਆਪਣੇ ਮਨ ਵਿੱਚ, ਹਿਰਦੇ ਵਿੱਚ ਭਾਵਨਾ ਦਾ, ਧਰਮ ਦਾ, ਸੱਚ ਦਾ। ਫਲ ਉਹਦੀ ਕਿਰਪਾ ਨਾਲ ਲੱਗਦਾ ਹੈ, ਫਲ ਦੀ ਇੱਛਾ ਨਹੀਂ ਕਰਨੀ।
ਆਪਾਂ ਬਚਨ ਵੀ ਪੜ੍ਹਦੇ ਨਾ ਗੀਤਾ ਵਿੱਚ, ਕ੍ਰਿਸ਼ਨ ਜੀ ਨੇ ਜਿਹੜਾ ਕਿਹਾ ਸੀ ਕਿ ਤੁਸੀਂ ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ। ਬਸ ਆਹ ਚੀਜ਼ ਅਸੀਂ ਸਮਝਦੇ। ਅਸੀਂ ਕੀ ਕਰਦੇ ਹਾਂ? ਸੇਵਾ ਥੋੜੀ ਮੰਗਣ ਬਹੁਤਾ। ਅਸੀਂ ਕਰਮ ਘੱਟ ਕਰਦੇ ਹਾਂ, ਡਿਮਾਂਡਾਂ ਸਾਡੀਆਂ ਪਹਿਲਾਂ ਵੱਡੀਆਂ ਆਉਂਦੀਆਂ ਨੇ। ਪਹਿਲੇ ਲਿਸਟ ਭਾਈ ਸਾਹਿਬ ਦੇ ਹੱਥ 'ਚ ਫੜਾ ਦਿੰਦੇ, ਬਾਬਾ ਜੀ ਅਰਦਾਸ ਕਰਮ ਤੇ ਕੀਤਾ ਹੀ ਨਹੀਂ, ਬੀਜ ਤੇ ਬੀਜਿਆ ਨਹੀਂ, ਫਲ ਦੀ ਇੱਛਾ ਅਸੀਂ ਪਹਿਲਾਂ ਰੱਖ ਕੇ ਬੈਠੇ ਹਾਂ। ਜੇ ਅਸੀਂ ਕਰਮ ਵੱਲ ਧਿਆਨ ਦਿਆਂਗੇ, ਫਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਫਲ ਉਹਨੇ ਆਪੇ ਹੀ ਲਾਉਣਾ ਹੈ, ਔਰ ਵੈਸਾ ਲਾਉਣਾ। ਕਹਿੰਦੇ ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹਦੇ ਪਤਾ ਨਹੀਂ ਤੁਸੀਂ ਇੱਕ ਮੰਗਣਾ, ਉਹਨੇ 4-4 ਦਾਤਾਂ ਦੇ ਦੇਣੀਆਂ। ਪਰ ਲੋੜ ਹੈ ਕਿ ਅਸੀਂ ਹੁਕਮੀ ਬਣਨਾ, ਭਾਣੇ ਵਿੱਚ ਚੱਲਣਾ। ਜਿਹੜੀ ਗੱਲ ਆਪਾਂ ਆਰੰਭ 'ਚ ਕੀਤੀ, ਅਸੀਂ ਭਾਣੇ ਵਾਲੇ, ਹੁਕਮ ਵਾਲੇ ਗੁਰਸਿੱਖ ਬਣੀਏ, ਦਿਖਾਵੇ ਵਾਲੇ ਨਾ ਬਣੀਏ, ਅਡੰਬਰੀ, ਪਰਪੰਚੀ, ਹਨਾ, ਜਾਂ ਜਿਸ ਤਰ੍ਹਾਂ ਦੀ ਇੱਕ ਸੰਸਾਰੀ ਸੋਚ ਹੈ, ਜਿਵੇਂ ਦੁਨੀਆ ਬਿਜ਼ਨਸ ਮਾਈਂਡਡ ਹੋ ਗਈ ਹੈ। ਧਰਮ ਨੂੰ ਵੀ ਅਸੀਂ ਬਿਜ਼ਨਸ ਬਣਾ ਲਿਆ, ਵਪਾਰ ਬਣਾ ਲਿਆ। ਉਹਨਾਂ ਸਾਰੀਆਂ ਗੱਲਾਂ ਤੋਂ, ਵਿਚਾਰਾਂ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਆਪਣੇ ਅੰਦਰ ਅਧਿਆਤਮਿਕ ਜੀਵਨ 'ਚ ਗਿਆਨ ਦਾ ਦੀਵਾ ਬਾਲਾਂਗੇ, ਗਿਆਨ ਦਾ ਚਾਨਣ ਹੋਏਗਾ, ਉਹਦੀ ਬਖਸ਼ਿਸ਼ ਹੋਏਗੀ, ਤੇ ਸਾਡਾ ਜੀਵਨ ਸਫਲ ਹੋਏਗਾ। ਇੱਥੇ ਸਮਾਪਤੀ ਹੈ ਜੀ ਇਸ ਪੌੜੀ ਦੀ, ਤੇ ਕੱਲ ਨੂੰ ਅਖੀਰ ਵਿੱਚ ਦੂਸਰੀ ਪੌੜੀ ਦੀ ਵਿਚਾਰ ਕਰਾਂਗੇ। ਧੰਨਵਾਦ। ਪੌੜੀ ਵਿੱਚ ਕਿਰਪਾ ਕਰ ਰਹੇ ਨੇ ਪੌੜੀ, ਨਾਨਕ ਜੀ ਉਪਾਏ ਕਹਿ, ਲਿਖ ਨਾਵੇਂ ਧਰਮ ਬਹਾਲਿਆ। ਕਹਿੰਦੇ ਜਿਹੜੀ ਨਾਨਕ ਇੱਥੇ ਆਪਾਂ ਸੰਬੋਧਨ ਕਰਤਾ ਸ਼ਬਦ ਆ, ਇਹ ਧਿਆਨ ਵਿੱਚ ਰੱਖਣਾ ਸਾਰਿਆਂ ਨੇ। ਨਾਨਕ ਜੀ ਨਹੀਂ ਹੈ, ਨਾਨਕ ਜੀ ਉਪਾਏ ਕੇ ਨਹੀਂ ਹੈ, ਨਾਨਕ ਜੀ ਉਪਾਏ ਕਹਿ। ਇਹ ਨਾਨਕ ਪਰਮੇਸ਼ਰ ਨੇ ਇਹ ਜਿਹੜਾ ਜੀ ਆ ਇਹਨੂੰ ਉਪਾਇਆ, ਪੈਦਾ ਕੀਤਾ। ਹੁਣ ਜਿਹੜਾ ਜੀ ਆ, ਜੀ ਆਪਣੇ ਆਪ ਚ ਪੈਦਾ ਨਹੀਂ ਹੁੰਦਾ ਕਦੇ ਵੀ। ਜੀ ਨੂੰ ਉਪਾਉਣ ਵਾਸਤੇ, ਪ੍ਰਗਟ ਕਰਨ ਵਾਸਤੇ, ਜੀ ਨੂੰ ਸੰਸਾਰ 'ਚ ਭੇਜਣ ਵਾਸਤੇ ਕੋਈ ਸਾਧਨ ਚਾਹੀਦਾ, ਕੋਈ ਮਾਧਿਅਮ ਚਾਹੀਦਾ। ਉਹ ਮਾਧਿਅਮ ਹੈ ਸਰੀਰ। ਜਿਤਨਾ ਚਿਰ ਜੀ ਸਰੀਰ ਵਿੱਚ ਹੈ, ਉਤਨਾ ਚਿਰ ਇਹ ਕੋਈ ਐਕਟੀਵਿਟੀ ਕਰ ਸਕਦਾ ਹੈ, ਕੁਝ ਸਿੱਖ ਸਕਦਾ ਹੈ, ਪੜ੍ਹ ਸਕਦਾ ਹੈ, ਲਿਖ ਸਕਦਾ ਹੈ, ਗਾ ਸਕਦਾ ਹੈ, ਤੁਰ ਸਕਦਾ ਹੈ। ਬਟ ਜਦੋਂ ਸਰੀਰ ਚੋਂ ਨਿਕਲ ਜਾਂਦਾ ਇਹ ਜੀ, ਉਦੋਂ ਫਿਰ ਇਹ ਕੁਝ ਨਹੀਂ ਕਰ ਸਕਦਾ। ਇਹਨੂੰ ਇਹ ਕਹਿ ਸਕਦੇ ਵੀ ਜਿਤਨਾ ਚਿਰ ਅਸੀਂ ਸਕੂਲ ਵਿੱਚ ਪੜ੍ਹਦੇ ਹਾਂ, ਸਕੂਲ ਦੀ ਪੜ੍ਹਾਈ ਹੋਈ, ਜਾਂ ਸਕੂਲ ਵਿੱਚ ਤੇ ਅਸੀਂ ਪੜ੍ਹ ਸਕਦੇ ਹਾਂ, ਸਕੂਲ ਵਿੱਚ ਸਿਲੇਬਸ ਸਿੱਖ ਸਕਦੇ ਹਾਂ, ਸਕੂਲ ਵਿੱਚ ਪੇਪਰ ਦੇ ਸਕਦੇ ਹਾਂ। ਬਟ ਜੇ ਸਾਨੂੰ ਕੋਈ ਸਕੂਲ ਵਿੱਚੋਂ ਹੀ ਕੱਢ ਦੇ ਤੇ ਅਸੀਂ ਕਦੇ ਸਟੂਡੈਂਟ ਨਹੀਂ ਕਹਾ ਸਕਦੇ। ਜਿਹੜਾ ਬੱਚਾ ਸਕੂਲ 'ਚ ਨਹੀਂ, ਸਟੂਡੈਂਟ ਨਹੀਂ ਹੋ ਸਕਦਾ ਕਦੀ ਵੀ। ਠੀਕ ਹੈ ਜੀ। ਮਤਲਬ ਇਹਨੂੰ ਆਪਾਂ ਹਲਕੇ ਮਾਤਰ ਤੇ, ਇਸ਼ਾਰੇ ਮਾਤਰ ਗੱਲ ਲੈ ਰਹੇ ਹਾਂ। ਠੀਕ ਹੈ, ਚਲੋ ਕੋਈ ਪ੍ਰਾਈਵੇਟ ਪੜ੍ਹਦਾ ਸੰਸਾਰੀ ਤੌਰ ਤੇ, ਬਟ ਜੇ ਉਹਨੇ ਇੱਕ ਅੱਛਾ ਸਟੂਡੈਂਟ ਬਣਨਾ, ਉਹਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਾ ਕਿਹੜੇ ਸਕੂਲ ਵਿੱਚੋਂ ਪੜ੍ਹੇ ਹੋ। ਦੂਸਰੇ ਨੰਬਰ ਤੇ ਗੱਲ ਹੈਗੀ ਟੀਚਰ ਦੀ। ਤੋ ਇਹ ਸਰੀਰ ਇੱਕ ਸਾਡਾ ਮਾਧਿਅਮ ਹੈ, ਜਿਹਦੇ ਵਿੱਚ ਹੀ ਅਸੀਂ ਕੁਝ ਸਿੱਖਣਾ ਹੈ, ਇਹਦੇ ਵਿੱਚ ਹੀ ਸਿੱਖਣਾ ਹੈ, ਇਹਦੇ ਵਿੱਚ ਹੀ ਸਾਡੇ ਪੇਪਰ ਹੋਣੇ ਨੇ, ਇੱਥੇ ਸਾਡਾ ਪ੍ਰੈਕਟੀਕਲ ਹੋਣਾ ਹੈ, ਤੇ ਇੱਥੇ ਸਾਡਾ ਸਾਰਾ ਲੇਖਾ ਜੋਖਾ ਹੋਣਾ। ਉਹ ਕਹਿੰਦੇ ਨਾਨਕ ਕਹਿ ਰਹੇ ਨੇ ਜੀ ਉਪਾਏ ਕਹਿ, ਜੀ ਨੂੰ ਉਪਾਇਆ, ਜੀ ਨੂੰ ਸਰੀਰ 'ਚ ਭੇਜਿਆ, ਲਿਖ ਨਾਵੈ ਧਰਮ ਬਹਾਲਿਆ। ਹੁਣ ਇੱਥੇ ਨਾਵੈ ਸ਼ਬਦ ਨਹੀਂ ਹੈ, ਜਿਹੜੇ ਆਪਾਂ ਕੱਲ ਵੀ ਬੇਨਤੀ ਕੀਤੀ ਸੀ, ਨਾਵੈ ਨਹੀਂ ਪੜਾਂਗੇ, ਨਾਵੈ ਨਹੀਂ, ਨਾਵੈ ਕੱਲਾ ਨਾਵੈ ਵੀ ਨਹੀਂ ਪੜਾਂਗੇ। ਜੇ ਅਸੀਂ ਇਹਨੂੰ ਨਾਵੈ ਪੜਾਂਗੇ, ਉਹਦਾ ਉਚਾਰਨ ਹੋ ਜਾਏਗਾ ਨਹਾਉਣਾ। ਅਸੀਂ ਦੇਖੋ ਨਹਾਉਣ ਦੀ ਸੈਂਸ 'ਚ ਵੀ ਨਹੀਂ ਲੈਣਾ, ਬਾਤ ਇਸ਼ਨਾਨ ਕਰਨ ਦੀ ਸੈਂਸ 'ਚ ਵੀ ਨਹੀਂ ਲਵਾਂਗੇ ਇਹਨੂੰ ਕੱਲਾ ਨਾਵੈ ਪੜਾਂਗੇ, ਸਿਰਫ ਨਾਵੈ। ਨਾਵੈ ਦਾ ਅਰਥ ਹੁੰਦਾ ਲੇਖਾ ਜੋਖਾ, ਲੇਖਾ ਕਰਨਾ, ਲੇਖਾ ਜੋਖਾ ਲਿਖਣਾ, ਹਿਸਾਬ ਕਿਤਾਬ ਕਰਨਾ। ਉਹ ਪੁਰਾਣੇ ਟਾਈਮਾਂ ਦੇ ਵਿੱਚ ਨਾ ਜਿਹੜਾ ਹਿਸਾਬ ਕਿਤਾਬ ਕਰਦੇ ਹੁੰਦੇ ਸੀ, ਉਹਨੂੰ ਨਾਵੈ ਕਹਿੰਦੇ ਹੁੰਦੇ ਸੀ। ਨਾਵੈ ਤੁਸੀਂ ਸੁਣਿਆ ਹੋਣਾ, ਇੱਕ ਸਿਰਨਾਵਾ ਸ਼ਬਦ ਵੀ ਹੁੰਦਾ ਸੀਗਾ। ਨਾਵੈ ਲਿਖਣ ਵਾਸਤੇ, ਦੇਖੋ ਲਿਖ ਨਾਵੈ ਲਿਖਣ ਵਾਸਤੇ, ਨਾਵੈ ਲੇਖਾ ਲਿਖਣ ਵਾਸਤੇ, ਤੇਰੇ ਕਰਮਾਂ ਨੂੰ ਲਿਖਣ ਵਾਸਤੇ, ਧਰਮ ਬਹਾਲਿਆ। ਧਰਮ ਜਿਹਨੂੰ ਸੰਸਾਰੀ ਭਾਸ਼ਾ 'ਚ ਧਰਮ ਰਾਜ ਵੀ ਕਿਹਾ ਜਾਂਦਾ ਹੈ, ਉਹ ਕਹਿੰਦੇ ਤੇਰੇ ਨਾਲ ਹੀ ਬਹਾ ਦਿੱਤਾ ਹੈ। ਬਹਾ ਦਾ ਅਰਥ ਹੈ ਬਿਠਾ ਦਿੱਤਾ ਹੈ। ਭਾਵ ਕੀ ਹੈ ਵੀ ਹਿੰਦੂ ਮਤ ਦੀ ਇੱਕ ਪ੍ਰਥਾ ਸੀ, ਰਵਾਇਤ ਸੀ ਕਿ ਜਿਹੜਾ ਧਰਮ ਰਾਜ ਉਹ 7ਵੇਂ ਅਸਮਾਨ ਤੇ ਬੈਠਾ ਸਾਨੂੰ ਦੇਖਦਾ ਤੇ ਸਾਡਾ ਲੇਖਾ ਜੋਖਾ ਲਿਖਦਾ ਹੈ। ਉਹ ਅੱਗੇ ਫਿਰ ਉਹ ਮਤਲਬ ਜਿਹੜੀਆਂ ਕਹਾਣੀਆਂ ਚੱਲਦੀਆਂ ਸੀ, ਉਹ ਅੱਗੇ ਫਿਰ ਉਹ ਲੇਖਾ ਜੋਖੇ ਵਾਲੀ ਕਿਤਾਬ ਸਾਡੀ ਰੱਬ ਨੂੰ ਸੌਂਪ ਦਿੰਦਾ ਸੀਗਾ। ਪਰ ਮਹਾਰਾਜ ਕਹਿੰਦੇ ਵੀ ਧਰਮ ਹੈ ਨਾ, ਜਿਹੜਾ ਧਰਮ, ਉਹਨਾਂ ਨੇ ਕੱਲਾ ਧਰਮ ਵਰਤੇ ਮਹਾਰਾਜ ਨੇ। ਅੱਗੇ ਜਾ ਕੇ ਗਾਵੇ ਰਾਜਾ ਧਰਮ ਦੁਆਰੇ ਵੀ ਆਏਗਾ। ਇੱਥੇ ਲਿਖਿਆ ਧਰਮ, ਜਿਹੜਾ ਧਰਮ ਨੂੰ ਜਾਣਦਾ, ਧਰਮ ਕਮਾਉਣ ਵਾਲਾ, ਜਿਹਨੂੰ ਧਰਮ ਦਾ ਪਤਾ ਹੈ,
ਕਿਉਂਕਿ ਉਹ ਲਿਖ ਸਕਦਾ, ਉਹੀ ਦੱਸੇਗਾ ਨਾ ਵੀ ਗਲਤ ਕੀ ਹੈ ਸਹੀ ਕੀ ਹੈ, ਫੈਸਲਾ ਵੀ ਕਰੇਗਾ। ਉਹਨੇ ਕੀ ਕਰਨਾ ਫਿਰ, ਸਾਰਾ ਕੁਝ ਲਿਖੀ ਜਾਣਾ। ਲਿਖਣ ਦਾ ਕੀ ਅਰਥ, ਇਹਦਾ ਅਰਥ ਆਪਾਂ ਸੌਖੇ ਰੂਪ ਚ ਕਰਦੇ ਹਾਂ ਕਿ ਸਾਰਾ ਕੁਝ ਸਾਡੇ ਅੰਦਰ ਹੀ ਹੈ। ਬੰਦਾ ਇਹ ਨਾ ਕਹੇ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ, ਮੈਨੂੰ ਕੋਈ ਸੁਣ ਨਹੀਂ ਰਿਹਾ ਤੇ ਮੈਂ ਜੋ ਮਰਜ਼ੀ ਕਰਾਂ। ਮਹਾਰਾਜ ਜੀ ਕਹਿੰਦੇ ਦੇਖਣਾ ਸੁਣਨਾ ਤੇਰੇ ਕਰਨ ਦੀ ਹਰਕਤਾਂ ਬਾਅਦ ਦੇ ਵਿੱਚ ਨੇ, ਅਸੀਂ ਸੋਚਦੇ ਕੀ ਆ ਉਹ ਵੀ ਸਾਡੇ ਨਾਲ ਸਾਰਾ ਕੁਝ ਲਿਖਿਆ ਜਾ ਰਿਹਾ ਹੈ। ਸਭ ਕੁਝ, ਐਵਰੀਥਿੰਗ ਇਜ਼ ਪ੍ਰਿੰਟਡ। ਭੁਲੇਖੇ ਵਿੱਚ ਨਾ ਰਹਿ ਜਾਓ। ਕਹਿੰਦੇ ਵੀ ਮੇਰੇ ਕਰਮ ਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਮੇਰੀ ਸੋਚ ਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਨਹੀਂ, ਮਹਾਰਾਜ ਕਹਿੰਦੇ ਸਭ ਕੁਝ ਲਿਖਿਆ ਜਾ ਰਿਹਾ ਹੈ, ਕਿਉਂਕਿ ਤੇਰਾ ਨਾਵਾ ਲਿਖਣ ਵਾਸਤੇ, ਤੇਰਾ ਹਿਸਾਬ ਕਿਤਾਬ ਰੱਖਣ ਵਾਸਤੇ ਧਰਮ ਤੇਰੇ ਨਾਲ ਹੀ ਬੈਠਾ ਹੈ। ਤੇਰੇ ਅੰਦਰ ਭਾਵ ਕੀ ਹੈ, ਤੇਰੇ ਅੰਦਰ ਹੀ ਹੈ। ਇਹ ਜੀਵ, ਇਹ ਮਨ, ਉਹ ਤੇਰੇ ਨਾਲ ਹੀ ਬੈਠਾ ਹੈ, ਤੇਰੇ ਅੰਦਰ ਹੀ ਹੈ। ਇਸ ਲਈ ਤੂੰ ਇਸ ਭੁਲੇਖੇ ਵਿੱਚ ਨਾ ਰਹੀ ਕਿ ਮੈਨੂੰ ਕੋਈ ਦੇਖਦਾ ਨਹੀਂ ਜਾਂ ਮੈਨੂੰ ਕੋਈ ਸੁਣਦਾ ਨਹੀਂ। ਹਾਂਜੀ, ਕਿਸੇ ਨੇ ਬੋਲਣਾ? ਹਾਂਜੀ, ਲਿਖਨਾਵੇ ਧਰਮ ਬਹਾਲਿਆ ਉੱਥੇ। ਸਕਰੀਨ ਸ਼ੇਅਰ ਕਰਨੀ ਪਏਗੀ ਵੀਰ ਜੀ। ਆ ਗਈ। ਹਾਂਜੀ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਜਿਹੜਾ ਸੱਚ ਦਾ ਘਰ ਹੈ, ਸੱਚ ਦਾ ਦੀਵਾਨ ਹੈ, ਸੱਚ ਦਾ ਦਰਬਾਰ ਹੈ। ਹੁਣ ਦਰਬਾਰ ਕਿੱਥੇ ਹੈ? ਦਰਬਾਰ ਵੀ ਸੱਤਵੇਂ ਅਸਮਾਨ ਤੇ ਨਹੀਂ ਹੈਗਾ, ਉੱਪਰ ਨਹੀਂ ਹੈਗਾ, ਕਿਤੇ ਬਾਹਰ ਨਹੀਂ ਹੈਗਾ। ਇਹ ਦਰਬਾਰ ਵੀ, ਸੱਚ ਦਾ ਦਰਬਾਰ ਸਾਡੇ ਸਭਨਾਂ ਦੇ ਅੰਦਰ ਹੈ। ਦੀਵਾਨ ਹੈ ਨਾ ਜਿਹੜਾ ਧਰਮ ਰਾਜਾ ਦੁਆਰੇ ਵਿੱਚ ਬੈਠ ਕੇ ਗਾਉਂਦਾ, ਉਹ ਵੀ ਸਾਡੇ ਅੰਦਰ ਹੈ। ਉਸ ਦਰਬਾਰ ਵਿੱਚ ਕੇਵਲ ਸੱਚ ਦਾ ਹੀ ਨਿਬੇੜਾ ਹੋਣਾ ਹੈ, ਜਾਂ ਸੱਚ ਦੇ ਚੱਚੇ ਨੂੰ ਸਿਹਾਰੀ ਹੈ। ਸੱਚ, ਉੱਥੇ ਸੱਚ ਦੁਆਰਾ ਹੀ ਨਿਬੜੇਗਾ, ਭਾਵ ਉੱਥੇ ਖਰਾ ਉਤਰੇਗਾ, ਪੂਰਾ ਉਤਰੇਗਾ। ਚੁਣ ਵੱਖ ਕੱਢੇ ਜਜਮਾਲਿਆ। ਜਜਮਾਲੇ ਦਾ ਅਰਥ ਹੁੰਦਾ ਮਲੀਨ, ਪਾਪੀ, ਭੈੜੀ ਬਿਰਤੀ ਵਾਲਾ ਮਨੁੱਖ। ਕਹਿੰਦੇ ਜਿਹੜੇ ਜਜਮਾਲੇ ਨੇ, ਭੈੜੀ ਸੋਚ ਵਾਲੇ, ਮੰਦ ਕਰਮੀ ਮਨੁੱਖ ਨੇ, ਵਿਕਾਰੀ ਮਨੁੱਖ ਨੇ, ਉਹ ਚੁਣ ਕੇ ਵੱਖ ਕਰ ਲਏ ਜਾਣਗੇ। ਉਹ ਸਜ਼ਾ ਦੇ ਭਾਗੀਦਾਰ ਹੋਣਗੇ, ਉਹ ਕਰਮਾਂ ਦੇ ਅਨੁਸਾਰ ਲੇਖੇ ਵਾਲੇ ਪਾਸੇ ਪਾ ਦਿੱਤੇ ਜਾਣਗੇ। ਪਰ ਜਿਹੜੇ ਸੱਚੇ ਹੀ ਸੱਚ ਵਾਲੇ ਨੇ, ਉਹਨਾਂ ਦਾ ਲੇਖਾ ਨਿਬੜ ਜਾਏਗਾ, ਭਾਵ ਕੋਈ ਲੇਖਾ ਬਚੇਗਾ ਨਹੀਂ। ਦੇਖੋ, ਜਿਹੜਾ ਸਚਿਆਰਾ ਹੁੰਦਾ ਨਾ, ਸਚਿਆਰੇ ਦਾ ਕੋਈ ਲੇਖਾ ਨਹੀਂ ਹੁੰਦਾ। ਜਿਹਨੇ ਕੇਵਲ ਸੱਚ ਕਮਾਇਆ, ਸੱਚ ਸੁਣਿਆ, ਸੱਚ ਨੂੰ ਜੀਵਿਆ, ਸੱਚ ਬੋਲੀਆ, ਸੱਚ ਧਰਮ ਝੂਠ ਨਾ ਬੋਲੀਆ, ਉਹਦਾ ਕੋਈ ਲੇਖਾ ਹੁੰਦਾ ਹੀ ਨਹੀਂ। ਜਾਂ ਜਿਸ ਬੱਚੇ ਨੇ 100% ਨੰਬਰ ਲੈ ਲਏ, ਉਹਦੇ ਤੇ ਕੀ ਉਂਗਲ ਕੋਈ ਚੁੱਕੇਗਾ, ਕੀ ਉਹਨੂੰ ਕੁਝ ਕਹੇਗਾ? ਉਹ ਤੇ ਫਸਟ ਆ ਗਿਆ ਨਾ। ਤੇ ਜਿਹਦੇ ਪੇਪਰ ਵਿੱਚ ਕਮੀ ਰਹਿ ਗਈ, ਜਿਹਨੇ ਗਲਤੀਆਂ ਬਹੁਤ ਕੀਤੀਆਂ, ਹੋ ਸਕਦਾ ਉਹਨੂੰ ਦੁਬਾਰਾ ਪੇਪਰ ਦੇਣਾ ਪਏ, ਦੁਬਾਰਾ ਉਸੇ ਕਲਾਸ ਵਿੱਚ ਬੈਠਣਾ ਪਏ, ਜਿਹਨੂੰ ਅਸੀਂ ਕਹਿੰਦੇ ਫੇਲ ਵੀ ਹੋ ਜਾਂਦਾ। ਤਾਂ ਜਜਮਾਲੇ ਦਾ ਅਰਥ ਹੁੰਦਾ ਹੈ ਜਿਸ ਬੰਦੇ ਨੇ, ਜਿਸ ਇਨਸਾਨ ਨੇ, ਜਿਸ ਮਨੁੱਖ ਨੇ ਆਪਣੇ ਜੀਵਨ ਵਿੱਚ ਧਰਮ ਦਾ ਕੋਈ ਕਰਮ ਨਹੀਂ ਕੀਤਾ, ਜਿਹੜਾ ਸਚਿਆਰਾ ਨਹੀਂ ਬਣ ਪਾਇਆ, ਜਿਸ ਦਾ ਜੀਵਨ ਵਿਕਾਰੀ, ਹੰਕਾਰੀ ਪ੍ਰਵਿਰਤੀਆਂ ਵਿੱਚ ਹੀ ਗਰਸਿਆ ਰਹਿ ਗਿਆ, ਉਹ ਚੁਣ ਕੇ ਵੱਖ ਕਰ ਲਿਆ ਜਾਏਗਾ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੈ ਦੋਜ਼ਕ ਚਾਲਿਆ। ਦੋਜ਼ਕ ਸ਼ਬਦ ਇਹ ਆਪਣਾ ਇਸਲਾਮੀ ਜਗਤ ਦਾ ਸ਼ਬਦ ਹੈ ਜੀ। ਅਰਬੀ ਤੇ ਫਾਰਸੀ ਵਿੱਚ ਇਹਨੂੰ ਵਰਤਿਆ ਜਾਂਦਾ। ਇਹਦਾ ਅਰਥ ਹੁੰਦਾ ਨਰਕ। ਥਾਉ ਨਾ ਪਾਇਨ ਕੂੜਿਆਰ, ਜਿਹੜੇ ਕੂੜਿਆਰ ਬਿਰਤੀ ਵਾਲੇ ਨੇ। ਹੁਣ ਦੇਖੋ, ਕੂੜ ਦਾ ਅਰਥ ਹੁੰਦਾ ਝੂਠ, ਤੇ ਕੁੜਿਆਰ ਦਾ ਅਰਥ ਹੁੰਦਾ ਜਿਹੜਾ ਜੋ ਇਨਸਾਨ ਸਾਰੀ ਜ਼ਿੰਦਗੀ ਝੂਠੇ ਸੰਸਾਰ ਨਾਲ, ਝੂਠੇ ਪਦਾਰਥਾਂ ਨਾਲ, ਝੂਠੀ ਮੋਹ ਮਾਇਆ ਨਾਲ, ਜਾਂ ਆਪਣੇ ਸਰੀਰ ਨਾਲ ਜੁੜ ਕੇ ਹੀ ਚੱਲਿਆ, ਜਾਂ ਇਹਨਾਂ ਵਸਤੂਆਂ ਨੂੰ, ਝੂਠ ਨੂੰ ਹੀ ਤਵੱਜੋ ਦਿੰਦਾ ਰਿਹਾ। ਜਿਹਨੇ ਝੂਠ ਨੂੰ ਸੱਚ ਕਰਕੇ ਮੰਨ ਲਿਆ, ਉਹ ਕੂੜਿਆਰ ਹੈ। ਸਚਿਆਰ ਜੋ ਸੱਚ ਨੂੰ ਮੁੱਖ ਰੱਖ ਕੇ ਚੱਲਦਾ ਹੈ, ਕੂੜਿਆਰ ਜੋ ਕੂੜ ਨੂੰ ਮੁੱਖ ਰੱਖ ਕੇ ਚੱਲਦਾ ਹੈ। ਦੋਵੇਂ ਪਰਿਭਾਸ਼ਾਵਾਂ ਬਿਲਕੁਲ ਈਜ਼ੀ ਨੇ, ਸੌਖੀਆਂ ਨੇ, ਕੋਈ ਔਖੀ ਗੱਲ ਨਹੀਂ ਹੈ। ਤੋ ਥਾਉ ਨਾ ਪਾਇਨ ਕੂੜਿਆਰ, ਸੱਚੇ ਦੇ ਘਰ ਵਿੱਚ, ਸੱਚੇ ਦੇ ਦੀਵਾਨ ਵਿੱਚ ਕੂੜਿਆਰ ਮਨੁੱਖ ਨੂੰ ਕੋਈ ਥਾਂ ਨਹੀਂ ਮਿਲਦਾ। ਉਹਦੇ ਵਾਸਤੇ ਸੱਚ ਦੇ ਦਰਵਾਜ਼ੇ ਨਹੀਂ ਖੁੱਲ੍ਹੇ। ਤੇ ਗੁਰੂ ਸਾਹਿਬ ਕਹਿੰਦੇ ਮੂੰਹ ਕਾਲਾ ਹੈ, ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ। ਕਾਲਾ ਹੁੰਦਾ ਹੀ ਕਹਿ ਲਓ, ਕੀਤਾ ਕੀ ਜਾਣਾ, ਹੋ ਗਿਆ, ਕਿਉਂਕਿ ਕੁੜਿਆਰ ਜਿਹੜਾ ਚੱਲਿਆ ਉਹ ਕਾਲਾ ਹੀ ਹੁੰਦਾ। ਹੁਣ ਮੂੰਹ ਕਾਲੇ ਦੋਜ਼ਕ ਚਾਲਿਆ, ਉਹ ਕਾਲਾ ਮੂੰਹ ਵਾਲਾ ਜਾਂ ਮੂੰਹ ਉਹਦਾ ਕਾਲਾ ਕਰਕੇ ਉਹਨੂੰ ਦੋਜ਼ਕ ਵਿੱਚ ਭੇਜਿਆ ਜਾਂਦਾ ਹੈ। ਹੁਣ ਇੱਥੇ ਆਪਾਂ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ। ਹੁਣ ਜੇ ਅਸੀਂ ਕਹਾਂਗੇ ਵੀ ਸਰੀਰ ਦਾ ਮੂੰਹ ਕਾਲਾ ਕੀਤਾ ਜਾਂਦਾ, ਸਰੀਰ ਤੇ ਉੱਥੇ ਹੈ ਹੀ ਨਹੀਂ। ਸਰੀਰ ਤੇ ਜਦੋਂ ਮਰ ਗਿਆ, ਮਰਨ ਤੋਂ ਬਾਅਦ ਸਰੀਰ ਦਾ ਅਸੀਂ ਸੰਸਕਾਰ ਕਰ ਦਿੱਤਾ, ਦੱਬ ਦਿੱਤਾ,
ਜਾਂ ਉਹਦੇ ਵਿੱਚ ਵਹਾ ਦਿੱਤੀ। ਬੁਰਾ ਵੀ ਜੇ ਹੋਵੇ, ਹੋ ਸਕਦਾ ਤੇ ਮੂੰਹ ਦੀ ਬੜੀ ਚਮਕ ਹੋਵੇ, ਚਿਹਰੇ ਦੀ ਬੜੀ ਚਮਕ ਹੋਵੇ। ਕਈਆਂ ਦੀ ਚਮਕ ਹੁੰਦੀ ਹੈ ਬੜੀ ਚਿਹਰੇ ਦੀ। ਚਿਹਰੇ ਦੀ ਚਮਕ ਹੋਣੀ ਤੇ ਕਰਮਾਂ ਦੀ ਚਮਕ ਹੋਣੀ, ਇਹਨਾਂ ਦੋਨਾਂ ਗੱਲਾਂ ਵਿੱਚ ਵੀ ਅੰਤਰ ਹੁੰਦਾ ਹੈ। ਕਈਆਂ ਦੇ ਚਿਹਰੇ ਦੀ ਚਮਕ ਤਾਂ ਹੈ, ਪਰ ਕਰਮਾਂ ਦੀ, ਗੁਣਾਂ ਦੀ ਚਮਕ ਨਹੀਂ ਹੁੰਦੀ। ਜੇ ਗੁਣਾਂ ਦੀ ਚਮਕ ਹੈ ਫੇਰ ਤੇ ਉਹ ਗੁਰਮੁਖ ਹੈ। ਜੇ ਕੱਲੀ ਚਿਹਰੇ ਦੀ ਚਮਕ ਹੈ, ਮੂੰਹ ਦੀ ਚਮਕ ਹੈ, ਪਰ ਮਨ ਕਾਲਾ ਤੇ ਉਹ ਮਨਮੁਖ ਹੈ। ਹੁਣ ਮਨ ਕਾਲੇ ਦਾ ਅਰਥ ਹੈ ਵੀ ਕਾਲੀ ਸੋਚ, ਭੈੜੀ ਸੋਚ, ਮਾੜੀ ਪ੍ਰਵਿਰਤੀ, ਕੂੜ ਵਿਰਤੀ, ਵਿਕਾਰੀ ਬਿਰਤੀ, ਹੰਕਾਰੀ ਬਿਰਤੀ, ਇਹ ਸਾਰਾ ਕੁਝ ਕਾਲੀ ਆ। ਭਾਵ ਕਿ ਜਿਹਦਾ ਮਨ ਕਾਲਾ ਹੈ ਉਹਦਾ ਮੂੰਹ, ਮਨ ਰੂਪ ਮੂੰਹ ਕਾਲਾ। ਕਿਉਂਕਿ ਮਨ ਨੇ, ਜੀਵ ਨੇ, ਮਨ ਨੇ, ਆਤਮਾ ਨੇ ਹੀ ਅੱਗੇ ਜਾਣਾ, ਉਹਦਾ ਹੀ ਲੇਖਾ ਹੋਣਾ, ਉਹੀ ਕਾਲੀ ਹੈ। ਇਹ ਕਾਲੀ ਕੇਵਲ ਇਹ ਨਹੀਂ ਵੀ ਇਸੇ ਜਨਮ 'ਚ ਹੈ। ਹਾਂ, ਜਿਨ੍ਹਾਂ ਦੀ ਪਿਛਲੇ ਸੰਸਕਾਰ ਹੁੰਦੇ ਨੇ ਨਾ ਜਿਹੜੇ, ਉਹ ਨਾਲ ਵਰਕ ਕਰਦੇ ਨੇ। ਆਪਾਂ ਦੇਖਦੇ ਹਾਂ ਜਿਹੜੇ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦਾ ਸੁਭਾਅ ਕਰਕੇ ਬੜੇ ਮਿੱਠੇ, ਬੜੇ ਠੰਡੇ, ਬੜੇ ਸ਼ਾਂਤ, ਬੜੇ ਸਾਊ ਸੁਭਾਅ ਦੇ ਹੁੰਦੇ ਨੇ ਜਨਮ ਤੋਂ ਹੀ। ਤੇ ਕੁਛ ਬੜੇ ਚਲਾਕ, ਬੜੇ ਚਾਤਰ, ਬੜੇ ਗੁੱਸੇ ਵਾਲੇ, ਬੜੇ ਕ੍ਰੋਧਿਤ, ਨਿੱਕੀ ਨਿੱਕੀ ਗੱਲ ਤੇ ਰੋਣ ਵਾਲੇ, ਝਗੜਨ ਵਾਲੇ। ਹੁਣ ਉਹ ਦੋਵਾਂ ਦੀ ਸੋਚ ਵਿੱਚ ਫਰਕ ਕਿੱਥੋਂ ਆਇਆ? ਉਹ ਸੋਚ ਵਿੱਚ ਫਰਕ ਕਿਹਨੇ ਪਾਇਆ? ਅਸਲ 'ਚ ਉਹ ਪਿਛਲਾ ਸੰਸਕਾਰ ਸੀ ਨਾ ਜਿਹੜਾ, ਉਹ ਹੁਣ ਇਸ ਜਨਮ 'ਚ ਫਲੀਭੂਤ ਹੋ ਰਿਹਾ, ਨਾਲ ਚੱਲ ਰਿਹਾ, ਉਹ ਨਾਲ ਚੱਲਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ ਵੀ ਮੈਲ ਇੱਕ ਨਹੀਂ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਪਿਛਲੇ ਜਨਮਾਂ ਦੇ ਸੰਸਕਾਰ ਸਾਡੇ ਨਾਲ ਚੱਲਦੇ ਨੇ। ਜਿਹੜਾ ਬੰਦਾ ਕਾਲਸ ਤੋਂ, ਕੁੜਿਆਰ ਵਾਲੀ ਬਿਰਤੀ ਤੋਂ ਦੂਰ ਹੋਣ ਦਾ ਯਤਨ ਨਹੀਂ ਕਰਦਾ, ਉਹ ਮਨੁੱਖੀ ਜਾਮੇ 'ਚ ਆ ਕੇ ਫੇਰ ਕੁੜਿਆਰ ਵਾਲੇ ਪਾਸੇ ਤੁਰਦਾ। ਸਾਡੇ ਅੰਦਰ ਜਿਹੜੀ ਕਾਲਖ ਹੈ, ਇਹ ਇਸੇ ਨੂੰ ਬਾਣੀ ਕਾਲਖ ਮੰਨਦੀ ਹੈ, ਇਸੇ ਨੂੰ ਮੂੰਹ ਕਾਲਾ ਮੰਨਦੀ ਹੈ। ਇੱਕ ਹੋਰ ਕਿਹਾ, ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ। ਹੁਣ ਜਿਹੜਾ ਮੂੰਹ ਕਾਲਾ ਨਾ, ਇਹ ਈਡੀਅਨਸ ਹੈ। ਈਡੀਅਨ ਮੀਨਸ ਮੁਹਾਵਰਾ ਹੈ। ਅਸੀਂ ਕਹਿੰਦੇ ਆ ਫਲਾਣੇ ਬੰਦੇ ਨੇ ਮੂੰਹ ਕਾਲਾ ਕੀਤਾ। ਹੁਣ ਰੰਗ ਗੋਰਾ, ਮੂੰਹ ਸਾਫ਼ ਹੈ, ਚਿਹਰਾ ਸਾਫ਼ ਹੈ, ਪਰ ਕਾਲਾ ਕੀ ਕੀਤਾ ਉਹਨੇ? ਉਹਨੇ ਕੋਈ ਕਰਮ ਐਸਾ ਕੀਤਾ ਕਿ ਉਹਨੂੰ ਕਾਲਖ ਨਾਲ ਤਸ਼ਬੀਹ ਦਿੱਤੀ ਗਈ ਹੈ। ਅਸੀਂ ਕਈ ਵਾਰੀ ਕਹਿੰਦੇ ਆ ਵੀ ਇਹ ਬੰਦੇ ਦੇ ਨੇੜੇ ਨਾ ਜਾਇਓ, ਇਹ ਮਨ ਦਾ ਬਹੁਤ ਕਾਲਾ ਹੈ। ਵੀ ਚਿਹਰੇ ਤੇ ਨਾ ਜਾਇਓ, ਇਹਦੀ ਵੇਸ਼ਭੂਸ਼ਾ ਤੇ ਨਾ ਜਾਇਓ, ਮਨ ਦਾ ਬਹੁਤ ਕਾਲਾ ਹੈ। ਹੁਣ ਮਨ ਦਾ ਕਾਲੇ ਦਾ ਅਰਥ ਕੀ ਹੈ? ਕਾਲਾ ਰੰਗ ਨੂੰ ਨੈਗੇਟਿਵ ਤੌਰ ਤੇ ਲਿਆ ਜਾਂਦਾ ਹੈ। ਜਿਹੜਾ ਚਿੱਟਾ ਰੰਗ ਹੈ ਉਹਨੂੰ ਅਸੀਂ ਪੋਜ਼ਿਟਿਵਿਟੀ ਦੇ ਵਿੱਚ ਰੂਪ ਚ ਲੈਂਦੇ ਹਾਂ, ਕਾਲੇ ਨੂੰ, ਬਲੈਕ ਨੂੰ ਨੈਗੇਟਿਵਿਟੀ ਦੇ ਰੂਪ ਚ ਲੈਂਦੇ ਹਾਂ। ਕਾਲਾ ਹੋ ਗਿਆ ਜੀ, ਹਨੇਰਾ, ਕਾਲਾ ਮੀਨਸ ਨੈਗੇਟਿਵਿਟੀ। ਹਨੇਰੇ ਤੋਂ ਡਰ ਲੱਗਦਾ ਹੈ, ਹਨੇਰਾ ਹੁੰਦੇ ਅਸੀਂ ਅੰਦਰ ਆ ਜਾਂਦੇ ਹਾਂ, ਹਨੇਰੇ ਹੁੰਦੇ ਦੁਕਾਨਾਂ ਨੂੰ, ਘਰਾਂ ਨੂੰ ਤਾਲੇ ਲੱਗ ਜਾਂਦੇ ਨੇ। ਬਟ ਜਦੋਂ ਦਿਨ ਹੁੰਦਾ, ਚਿੱਟਾ ਦਿਨ ਹੋ ਜਾਂਦਾ, ਸਾਰਾ ਕੁਝ ਸਹੀ ਹੋ ਜਾਂਦਾ, ਉਦੋਂ ਅਸੀਂ ਘਰਾਂ ਤੋਂ ਬਾਹਰ ਆਉਂਦੇ ਹਾਂ, ਸਾਡੇ ਕਾਰੋਬਾਰ ਚੱਲ ਪੈਂਦੇ ਨੇ। ਕਾਲਾ ਨੈਗੇਟਿਵਿਟੀ ਦਾ ਪ੍ਰਤੀਕ ਹੈ। ਕਾਲਾ ਹੋਇਆ ਨਹੀਂ ਉੱਥੇ ਕੁਛ, ਪਰ ਉਹ ਕਰਮ ਨੂੰ ਕਾਲੇ ਨਾਲ ਤਸ਼ਬੀਹ ਦਿੱਤੀ ਗਈ ਹੈ। ਕਹਿ ਦਿੱਤਾ ਵੀ ਜਿਹਨੇ ਕਾਲਾ ਕੀਤਾ ਜੀ, ਕੁਛ ਗਲਤ ਕੀਤਾ, ਕੁਛ ਗਲਤ ਨੂੰ ਕਹਿ ਲੈਂਦੇ ਕਾਲਾ। ਹੁਣ ਉੱਥੇ ਮਹਾਰਾਜ ਕਹਿੰਦੇ ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ। ਹੁਣ 84 ਵਿੱਚ ਇੰਦਰਾ ਨੇ ਅਟੈਕ ਕੀਤਾ, ਉਹ ਨਿੰਦਕ ਹੈ ਗੁਰੂ ਘਰ ਦੀ, ਜਿਹਨੇ ਤੋਹੀਨ ਕੀਤੀ, ਜਿਹਨੇ ਗੁਰੂ ਘਰ ਤੇ ਅਟੈਕ ਕੀਤਾ, ਜਿਹਦੀ ਵਜ੍ਹਾ ਨਾਲ ਸਾਰਾ ਕੁਝ ਹੋਇਆ, ਉਹਦਾ ਮੂੰਹ ਕਾਲਾ ਦੀਨ ਦੁਨੀਆ ਦੇ ਦਰਬਾਰ 'ਚ। ਪਰ ਹੁਣ ਜੇ ਇਸ ਫੇਸ ਨੂੰ ਦੇਖੀਏ, ਆ ਸਾਡੇ ਫੇਸ ਨੂੰ, ਮੂੰਹ ਨੂੰ, ਮਾਊਥ ਨੂੰ, ਇਹ ਤੇ ਕਾਲਾ ਹੋਇਆ ਨੀਗਾ, ਇਹਦੇ ਵਿੱਚ ਤੇ ਕੁਛ ਨਹੀਂ ਕਾਲਾ ਹੋਇਆ। ਬਲਕਿ ਲੀਡਰਾਂ ਦੇ 24 ਘੰਟੇ ਉਹਨਾਂ ਦੇ ਪਿੱਛੇ, ਉਹਨਾਂ ਦਾ ਸਾਰਾ ਬਿਊਟੀ ਦਾ ਧਿਆਨ ਰੱਖਣ ਵਾਲੇ, ਉਹਨਾਂ ਦੀ ਸਕਿਨ ਦਾ ਧਿਆਨ ਰੱਖਣ ਵਾਲੇ, ਉਹਨਾਂ ਦੀ ਬੋਡੀ 24 ਘੰਟੇ ਕੋਲ ਰਹਿੰਦੇ ਨੇ, ਉਹ ਤੇ ਆਂਚ ਵੀ ਨਹੀਂ ਆਣ ਦਿੰਦੇ। ਹੁਣ ਉੱਥੇ ਕਾਲਾ ਕੀ ਹੋਇਆ? ਕਹਿੰਦੇ ਇਹਦਾ ਮਨ ਕਾਲਾ ਹੋ ਗਿਆ, ਦੀਨ ਦੁਨੀਆ ਕੈ ਦਰਬਾਰ। ਇੱਥੇ ਵੀ ਲੋਕ 'ਚ ਵੀ ਤੇ ਪਰਲੋਕ 'ਚ ਵੀ ਇਹ ਕਾਲੀ ਹੋ ਕੇ ਗਈ ਆ। ਹੁਣ ਇਹਨੇ ਕਰਮ ਐਸਾ ਕਾਲਾ ਕਰ ਦਿੱਤਾ, ਇਹ ਕਾਲਖ ਹੁਣ ਨਹੀਂ ਜਾਏਗੀ। ਇਹ ਕਾਲਖ ਪਤਾ ਨਹੀਂ ਕਿੰਨੇ ਜਨਮਾਂ ਤੱਕ ਉਹਦੇ ਨਾਲ ਚੱਲੇਗੀ। ਇਹ ਚੁਣ ਵੱਖ ਕੱਢੇ ਜਜਮਾਲਿਆ, ਉਹਨੂੰ ਜਜਮਾਲਿਆ ਵਾਲੇ ਪਾਸੇ ਪਾ ਦਿੱਤਾ। ਥਾਉ ਨਾ ਪਾਇਨ ਕੂੜਿਆਰ। ਉਹ ਹੁਣ ਭਾਵੇਂ ਮਰਨ ਤੋਂ ਬਾਅਦ ਸਾਰੇ ਧਰਮਾਂ ਦਾ ਪਾਠ ਹੋ ਗਿਆ, ਸਾਰੇ ਧਰਮਾਂ ਦੀਆਂ ਅਰਜ਼ੋਈਆਂ ਹੋ ਗਈਆਂ, ਪਰ ਨਹੀਂ, ਉਹ ਬਖਸ਼ੇ ਨਹੀਂ ਜਾਂਦੇ। ਉਹ ਤੇ ਵੱਖ ਕੱਢ ਲਿਆ। ਥਾਉ ਨਾ ਪਾਇਨ ਕੂੜਿਆਰ, ਕਿਵੇਂ ਥਾਂ ਮਿਲ ਜਾਏਗੀ ਉਹਨੂੰ? ਜੇ ਐਸਾ ਕੋਈ ਵੀ ਕਰਮ ਕਰਦਾ ਜਿਹੜਾ ਸੱਚ ਦੇ ਵਿਰੋਧ 'ਚ ਹੋਵੇ, ਸਚਿਆਰ ਦੇ ਵਿਰੋਧ 'ਚ ਹੋਵੇ,
ਉਹ ਜੀਵ ਹਮੇਸ਼ਾ ਜਜਮਾਲਾ ਹੁੰਦਾ, ਕੋਈ ਵੀ ਹੋ ਸਕਦਾ, ਉਹਦੇ ਭੇਖ ਤੇ ਨਹੀਂ ਜਾਣਾ, ਧਿਆਨ ਵਿੱਚ ਰੱਖਿਓ। ਅਸੀਂ ਲੋਕ ਕੀ ਕਰਦੇ ਹਾਂ, ਅਸੀਂ ਭੇਖ ਤੋਂ ਭੁਲੇਖਾ ਖਾ ਲੈਂਦੇ ਜੀ, ਭੇਖ ਦੇਖ ਕੇ ਜੀ ਤੇ ਬੜਾ ਗੁਰਮੁਖੇ ਵੀ ਜੀਵਨ ਹੈ, ਮੇਰੇ ਵਰਗੇ ਨੂੰ ਤੁਸੀਂ ਉਦਾਂ ਹੀ ਕਹਿ ਦਿੰਦੇ ਹੋ, ਪਰ ਅਸਲ ਵਿੱਚ ਸਾਡੇ ਅੰਦਰ ਨੂੰ ਪਤਾ ਹੁੰਦਾ। ਪਰ ਹਾਂ ਇੱਕ ਗੱਲ ਹੈ, ਭੇਖ ਸਾਡੇ ਤੇ ਕਰਮਾਂ ਤੇ ਪਰਦਾ ਪਾ ਦਿੰਦਾ ਹੈ, ਬਸ ਆਹ ਫਰਕ ਹੈ। ਭੇਖ ਨਾਲ ਪਰਦਾ ਪੈ ਜਾਂਦਾ ਕਰਮਾਂ ਤੇ, ਭੇਖ ਨਾਲ ਸਤਿਕਾਰ ਬਣਦਾ। ਪਰ ਅਸੀਂ ਸੰਸਾਰ ਵਿੱਚ ਇੱਜ਼ਤ ਖੱਟ ਸਕਦੇ ਹਾਂ ਦਿਖਾਵਾ ਕਰਕੇ, ਆਪਣੇ ਕੋ ਕਰਮਾਂ ਤੇ ਪਰਦਾ ਪਾ ਕੇ। ਪਰ ਮਹਾਰਾਜ ਕਹਿੰਦੇ ਦੀਨ ਦੁਨੀਆ ਦੇ ਦਰਬਾਰ ਚ ਕਿਵੇਂ ਪਰਦਾ ਪਾਓਗੇ, ਉੱਥੇ ਕੌਣ ਸਾਡੀ ਪੱਤ ਕੱਜੇਗਾ। ਉੱਥੇ ਪੱਤ ਰਹਿ ਜਾਏ, ਉੱਥੇ ਪੱਤ ਕੱਜੀ ਜਾਏ, ਉੱਥੇ ਸਾਡਾ ਲੇਖ ਮਿਟ ਜਾਏ। ਉਸ ਤੋਂ ਪਹਿਲਾਂ ਅਸੀਂ ਇਸ ਮਨੁੱਖੀ ਜਾਮੇ ਦੇ ਵਿੱਚ, ਇਸ ਸੰਸਾਰ ਰੂਪੀ ਦੇ ਵਿੱਚ ਰਹਿੰਦੇ ਹਾਂ, ਸੱਚ ਦੀ ਪੜ੍ਹਾਈ ਕਰਕੇ ਸਚਿਆਰੇ ਹੋ ਜਾਈਏ, ਤਾਂ ਕਿ ਉਹਦੇ ਦਰ ਤੇ ਪ੍ਰਵਾਨ ਹੋ ਜਾਈਏ। ਇਹ ਗੱਲ ਗੁਰੂ ਸਾਹਿਬ ਸਿਖਾਉਣ ਵਾਸਤੇ ਆਏ ਨੇ। ਤਾਂ ਹੀ ਮਾਨਸ ਜਨਮ ਨੂੰ ਦੁਲੰਭ ਕਿਹਾ, ਅਨਮੋਲ ਹੀਰੇ ਜੈਸਾ ਜਨਮ ਕਿਹਾ ਗੁਰੂ ਬਾਣੀ ਅੰਦਰ ਇਸ ਨੂੰ। ਪਰ ਅਗਿਆਨਤਾ ਬਸ, ਬੇਟਾ ਪਲੀਜ਼ ਥੋੜਾ ਰੌਲਾ ਨਾ, ਠੀਕ, ਥੈਂਕ ਯੂ। ਇਹਨੂੰ ਕਹਿੰਦੇ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਕभी ਹੀਰੇ ਜੈਸਾ ਜਨਮ ਹੈ, ਕੋਡੀ ਬਦਲੇ ਜਾਏ। ਜਨਮ ਤਾਂ ਹੀਰੇ ਵਰਗਾ ਅਨਮੋਲ ਹੈ, ਪਰ ਅਗਿਆਨਤਾ ਵਸ ਇਹ ਜੀਵ ਇਹਨੂੰ ਕੌਡੀਆਂ ਦੇ ਰੂਪ ਚ ਗਵਾਰਿਆ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜਿਹੜੀ ਮੈਂ ਕੱਲ ਪੰਕਤੀ ਭੁੱਲ ਗਿਆ ਸੀ, ਆਪ ਜੀ ਨੂੰ ਬੇਨਤੀ ਕੀਤੀ ਸੀ, ਕੱਲ ਦੱਸਾਂਗਾ। ਉਹ ਇਹ ਹੈ, ਸਾਡੀ ਸੋਚ, ਮਨੁੱਖ ਦੀ ਸੋਚ ਕਿੱਥੇ ਖੜੀ ਹੈ। ਇਹ ਰਤਨ ਤਿਆਗ, ਸੱਚ ਨੂੰ, ਰਤਨ ਨੂੰ ਛੱਡੀ ਬੈਠਾ। ਕੌਡੀ ਸੰਗ ਰਚੈ, ਕੌਡੀ ਨਾਲ ਜੁੜ ਗਿਆ। ਕੌਡੀ ਕੀ ਹੈ? ਸਰੀਰ। ਕੌਡੀ ਕੀ ਹੈ? ਸੰਸਾਰ। ਕੌਡੀ ਕੀ ਹੈ? ਮਾਇਆ, ਦੁਨੀਆਦਾਰੀ, ਸਾਰਾ ਕੁਝ ਕੌਡੀ ਹੈ। ਕਿਹਨੇ ਤਿਆਗਿਆ? ਜੀਵ ਨੇ। ਰਤਨ ਤਿਆਗ ਮਨ ਨੇ, ਜੀਵ ਨੇ ਸੰਸਾਰ ਚ ਆ ਕੇ ਰਤਨ ਤਿਆਗਤਾ। ਰਤਨ ਕੀ ਹੈ? ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਸੱਚ ਹੈ ਜਿਹੜਾ ਸਾਡੇ ਅੰਦਰਲਾ ਸੱਚ ਹੈ, ਗੁਰਬਾਣੀ ਦਾ ਸੱਚ ਹੈ, ਇਹ ਤੇ ਸੀ ਰਤਨ। ਇਹ ਰਤਨ ਨੂੰ ਤਿਆਗ ਕੇ ਕੌਡੀ ਸੰਗ ਰਚਿਆ। ਕੌਡੀ ਸੰਸਾਰ, ਝੂਠ, ਮਾਇਆ, ਅਡੰਬਰ, ਇਹ ਉਹ, ਦੀਨ ਦੁਨੀਆ, ਲੋਕਾਂ ਦੀ ਵਾਹ ਵਾਹੀ, ਇਹ ਸਾਰਾ ਕੁਝ ਕੀ ਹੈ? ਕੌਡੀ ਹੈ। ਕਹਿੰਦੇ ਕੌਡੀ ਮਗਰ ਤੂੰ ਆਪਣਾ ਜੀਵਨ ਬਰਬਾਦ ਕਰ ਲਿਆ। ਸਾਚ ਛੋੜ, ਸੱਚ ਛੱਡ ਗਿਆ, ਝੂਠ ਸੰਗ ਮਚੈ। ਆਹ ਪੰਕਤੀ ਕੱਲ ਮੇਰੇ ਧਿਆਨ ਚ ਨਹੀਂ ਸੀ ਆ ਰਹੀ। ਹੁਣ ਅਸੀਂ ਸਾਰਿਆਂ ਨੇ ਇੱਥੇ ਆਪਣੇ ਆਪ ਨੂੰ ਕੇਂਦਰਿਤ ਕਰਕੇ ਦੇਖੀਏ, ਆਪਣੇ ਮਨ ਦੀ ਅਵਸਥਾ ਨੂੰ, ਵੀ ਅਸੀਂ ਸਾਰੇ ਇੱਥੇ ਤਾਂ ਨਹੀਂ ਫਸੇ। ਅਸੀਂ ਵੀ ਕਿਤੇ ਰਤਨ ਤਿਆਗਿਆ ਹੋਇਆ, ਕੌਡੀਆਂ ਨਾਲ ਫਸਿਆ। ਸਾਚ ਛੋੜ ਝੂਠ ਸੰਗ ਮਚੈ, ਝੂਠ ਬਾਤ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੇ ਨਾ ਰਾਤੀ। ਇਹ ਅਸਲ ਚ ਸਾਡੇ, ਮੈਂ ਫੇਰ ਬੇਨਤੀ ਕਰਾਂ ਤੁਹਾਨੂੰ, ਜਦੋਂ ਗੁਰਬਾਣੀ ਨੂੰ ਅਸੀਂ ਇਸ ਤਰੀਕੇ ਨਾਲ ਪੜਾਂਗੇ, ਸਾਨੂੰ ਲੱਗੇਗਾ ਸਾਰੀ ਕਹਾਣੀ ਸਾਡੇ ਅੰਦਰ ਚੱਲ ਰਹੀ ਹੈ। ਇਹ ਸਾਰਾ ਕੁਝ ਸਾਡੇ ਅੰਦਰ ਚੱਲ ਰਿਹਾ। ਵਾਕਈ ਗੱਲ ਤੇ ਸਾਰੀ ਮੇਰੀ ਆਪਣੀ ਹੋ ਰਹੀ ਹੈ, ਗੱਲ ਤੇ ਮੇਰੀ ਹੈ। ਮੈਂ ਲੋਕਾਂ ਨੂੰ ਦੱਸ ਰਿਹਾ, ਲੋਕਾਂ ਨੂੰ ਦੇਖ ਰਿਹਾ, ਦੁਨੀਆ ਨੂੰ ਦੇਖ ਰਿਹਾ, ਦੁਨੀਆ ਨੂੰ ਖੁਸ਼ ਕਰਨ ਲਈ ਕਰ ਰਿਹਾ। ਉਹ ਕਹਿੰਦੇ ਨੇ ਵੀ ਕਹਾਣੀ ਮੇਰੀ ਆਪਣੀ ਵਿਗੜੀ ਹੈ ਤੇ ਸਵਾਰ ਮੈਂ ਲੋਕਾਂ ਦੀ ਰਿਹਾ। ਕਾਲਾ ਮਨ ਹੈ ਤੇ ਮੈਂ ਮੂੰਹ ਰਗੜੀ ਜਾਂਦਾ। ਮੈਂ ਬਿਊਟੀ ਪਾਰਲਰਾਂ ਤੇ ਜਾ ਕੇ, ਸਪਾ ਤੇ ਜਾ ਕੇ, ਫੇਸ ਵਾਸ਼ ਲਾ ਕੇ ਆਪਣੇ ਚਿਹਰੇ ਨੂੰ, ਮੁੱਖ ਨੂੰ ਚਮਕਾ ਰਿਹਾ। ਮਨ ਮੇਰਾ ਕਾਲਾ, ਵਿਗੜਿਆ ਮੇਰਾ ਮਨ ਹੈ। ਕਿਉਂ? ਅਸੀਂ ਕੌਡੀ ਨਾਲ ਜੁੜ ਗਿਆ। ਕੌਡੀ ਮਾਇਆ ਵੀ ਹੈ, ਕੌਡੀ ਸਰੀਰ ਵੀ ਹੈ, ਕੌਡੀ ਸੰਸਾਰ ਵੀ ਹੈ। ਇਸ ਕਰਕੇ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ, ਮਨ ਤੂੰ ਜੋਤ ਸਰੂਪ ਹੈ, ਤੂੰ ਬੜਾ ਕੀਮਤੀ ਹੈ, ਤੂੰ ਤੇ ਰੱਬ ਦੀ ਅੰਸ਼ ਹੈ, ਤੂੰ ਤੇ ਸੱਚ ਦਾ ਰੂਪ ਹੈ, ਤੂੰ ਤੇ ਸਚਿਆਰਾ ਹੈ, ਤੂੰ ਤੇ ਬਸ ਇੱਕ ਭਰਮ ਦਾ ਪਰਦਾ ਹੀ ਹੈ ਤੇਰੇ ਵਿਚਕਾਰ। ਤੂੰ ਸਿਰਫ ਮਾਇਆ ਵਿੱਚ, ਸਰੀਰ ਵਿੱਚ, ਸੰਸਾਰ ਵਿੱਚ ਆ ਕੇ ਜੁੜ ਗਿਆ। ਪਰਦਾ ਪੈ ਗਿਆ ਤੇਰੇ ਅੱਖਾਂ ਤੇ ਭਰਮ ਦਾ। ਅਸੀਂ ਕਈ ਵਾਰ ਕਹਿ ਦਿੰਦੇ ਇਹਦੀ ਅਕਲ ਤੇ ਮੱਤ ਤੇ ਪਰਦਾ ਪੈ ਗਿਆ। ਅਸੀਂ ਕੇਵਲ ਪਰਦਾ ਚੱਕਣਾ ਹੈ। ਮਹਾਰਾਜ ਕਹਿੰਦੇ ਨਾ ਕਿਛ ਜਨਮ ਹੈ, ਨਾ ਕਿਛ ਮਰਿਆ। ਤੈਨੂੰ ਪਤਾ ਲੱਗੇਗਾ ਨਾ ਤੇਰਾ ਜਨਮ ਹੈ, ਨਾ ਮਰਨ ਹੈ। ਤੂੰ ਤੇ ਰੱਬ ਦਾ ਰੂਪ ਹੈ, ਤੂੰ ਤੇ ਉਹਦੀ ਅੰਸ਼ ਹੈ, ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਤੂੰ ਆਪਣੇ ਮੂਲ ਦੀ ਪਛਾਣ ਕਰ। ਤੂੰ ਲੋਕਾਂ ਦੀ ਪਛਾਣ ਕਰਨ ਲੱਗਿਆ, ਸੰਸਾਰ ਦੀ ਪਛਾਣ ਕਰਨ ਲੱਗੇ ਆ, ਕਿਹੜੇ ਪਾਸੇ ਤੁਰ ਪਿਆ? ਕਿਉਂ? ਮਹਾਰਾਜ ਕਹਿੰਦੇ ਕਿਉਂਕਿ ਅਸੀਂ ਅਗਿਆਨਤਾ ਵਿੱਚ ਜੀ ਰਹੇ ਹਾਂ। ਅਸੀਂ ਅਗਿਆਨਤਾ, ਅਡੰਬਰ, ਹਨੇਰੇ ਨਾਲ ਅਸੀਂ ਸਾਂਝ ਬਣਾ ਲਈਏ ਤੇ ਨਤੀਜਾ ਕੀ ਨਿਕਲਿਆ? ਥਾਉ ਨਾ ਪਾਇਨ ਕੂੜਿਆਰ। ਬਿਰਤੀ ਕੂੜਿਆਰ ਹੋ ਗਈ ਤੇ ਅਸੀਂ ਥਾਉ ਦਾ ਅਰਥ ਹੈ ਅਸੀਂ ਉਹਦੀ ਹਜ਼ੂਰੀ ਵਿੱਚ, ਸੱਚ ਦੀ ਹਜ਼ੂਰੀ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕੇ। ਅਸੀਂ ਪਛੜ ਗਏ, ਅਸੀਂ ਪਿੱਛੇ ਰਹਿ ਗਏ। ਮੂੰਹ ਕਾਲਾ। ਤੇ ਜਦੋਂ ਸੱਚ ਨਹੀਂ ਕਮਾਇਆ, ਜਾਂ ਕਹਿ ਲਈ ਵੀ ਅਸੀਂ ਇਹਨੂੰ ਇਹ ਵੀ ਕਹਿ ਸਕਦੇ ਹਾਂ ਕਿ ਮਨ ਤੇ ਆਪਣਾ ਚਲੋ ਕਾਲਾ ਹੀ ਆ ਜੀ। ਕਾਲੇ ਆਏ ਸੀ ਚਿੱਟੇ ਹੋਣ ਵਾਸਤੇ, ਪਰ ਅਸੀਂ ਕਾਲੇ ਹੋ ਕੇ ਚਲੇ ਗਏ।
ਕਾਲੇ ਆਏ ਤੇ ਕਾਲੇ ਚਲੇ ਗਏ। ਗੁਰੂ ਸਾਹਿਬ ਨੇ ਕਿਹਾ ਸੀ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ। ਕੁਫਕੜੇ ਦਾ ਅਰਥ ਹੈ ਪੁੱਠੇ ਕੰਮ, ਭੈੜੇ ਕੰਮ। ਕਿਹੜੇ ਚੱਕਰਾਂ ਚ ਪੈ ਗਿਆ? ਸਭ ਮੁੱਕਦੀ ਚੱਲੀ ਰਹਿਣ, ਤੇਰੀ ਰਾਤ ਬੀਤ ਰਹੀ ਹੈ। ਹੁਣ ਰਾਤ ਆ ਨਹੀਂ ਬੀਤ ਰਹੀ, ਇਹ ਵਾਲੀ ਰਾਤ ਨਹੀਂ ਬੀਤ ਰਹੀ ਵੀ ਹਾਂਜੀ ਆ ਹੁਣ 8 ਵਜੇ ਰਾਤ ਹੋ ਗਈ ਤੇ 4 ਵਜੇ 5 ਵਜੇ ਅੰਮ੍ਰਿਤ ਵੇਲਾ ਹੋ ਜਾਂਦਾ, ਰਾਤ ਖਤਮ ਨਹੀਂ। ਕਹਿੰਦੇ ਜ਼ਿੰਦਗੀ ਤੇਰੀ ਹੈ ਨਾ ਇੱਕ ਰਾਤ ਹੈ ਕੇਵਲ। ਧਿਆਨ ਵਿੱਚ ਰੱਖਿਓ, ਗੁਰਬਾਣੀ ਵਿੱਚ ਰਾਤ ਕਿਹਨੂੰ ਕਿਹਾ? ਹੁਣ ਇੱਕ ਰਾਤ ਦਾ ਅਰਥ ਤਾਂ ਹੋ ਗਿਆ ਰਾਤ, ਨਾਈਟ, ਤੇ ਦੂਜਾ ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੀ ਭਾਸ਼ਾ, ਗੁਰਬਾਣੀ ਦੀ ਸ਼ਬਦਾਵਲੀ। ਗੁਰਬਾਣੀ ਦਾ ਅਰਥ ਕੀ ਹੈ? ਰਹਿਣ ਦਾ ਅਰਥ ਹੈ ਜ਼ਿੰਦਗੀ ਰੂਪੀ ਰਾਤ। ਸਾਡਾ ਜੀਵਨ ਹੈ ਨਾ, ਪੂਰੀ ਜ਼ਿੰਦਗੀ ਸਾਡੀ ਜਿਹਦੀ ਜਿੰਨੀ ਵੀ ਹੈ, ਜਨਮ ਤੋਂ ਲੈ ਕੇ ਮਰਨ ਤੱਕ, ਉਹ ਇੱਕ ਰਾਤ ਦੀ ਨਹੀਂ ਹੈ, ਹੋਰ ਕੁਝ ਵੀ ਨਹੀਂ। ਗੁਰਬਾਣੀ ਚ ਪੰਕਤੀ ਹੈ, ਏਕ ਰੈਣ ਕੇ, ਏਕ ਰੈਣ ਕੇ, ਏਕ ਰੈਣ ਕੇ ਪਾਹੁਨ ਤੁਮ ਆਏ, ਬਹੁਤ ਜੁਗ ਆਸ ਵਧਾਏ। ਹੁਣ ਜੀਵ ਨੂੰ ਕਿਹਾ, ਸਾਨੂੰ ਮਨ ਕਰਕੇ ਅੰਦਰ ਨੂੰ ਸੰਬੋਧਨ ਕਰਦੇ ਨੇ, ਕਹਿੰਦੇ ਹੇ ਜੀਵ, ਹੇ ਬੰਦੇ, ਹੇ ਇਨਸਾਨ ਜਾਂ ਹੇ ਮਨ, ਤੂੰ ਇੱਕ ਰਾਤ ਵਾਸਤੇ, ਭਾਵ ਇੱਕ ਜਾਮਾ ਤੇਰੀ ਇੱਕ ਰਾਤ ਹੈ ਮਨੁੱਖੀ ਜੀਵਨ, ਇੱਕ ਰਾਤ ਵਾਸਤੇ ਤੂੰ ਸੰਸਾਰ ਚ ਆਇਆ, ਪਰ ਬਹੁਤ ਜੁਗ ਆਸ ਬੰਦਾਏ। ਆਸ ਬੜੀ ਲੰਮੀ ਲਾ ਕੇ ਬੈਠ ਗਿਆ। ਆਸ ਲਾ ਲਈ ਤੂੰ ਪੁੱਤਾਂ ਦੀ, ਪੋਤਿਆਂ ਪੜੋਤਿਆਂ, ਦੋਤਿਆਂ ਦੋਤੀਆਂ ਦੀ। ਆਪਣਾ ਕਾਰਜ ਵਿਗਾੜੀ ਫਿਰਦਾ, ਉਹਨਾਂ ਦੇ ਸਵਾਰਨ ਨੂੰ ਫਿਰਦਾ। ਜਾਨ ਬੁੱਝ ਕੇ ਬਾਬਰੇ ਤੇ ਕਾਜ ਵਿਗਾਰਿਓ। ਇਹ ਫਿਰ ਗੱਲ ਫਿਰ ਉੱਥੇ ਆ ਜਾਣੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਸੀ ਕਿ ਸਾਡੇ ਅੰਦਰ ਹਨੇਰਾ ਹੈ। ਹਨੇਰਾ ਜਿੱਥੇ ਹੋ ਗਿਆ, ਭਾਵ ਸਾਡਾ ਕਾਲਾਪਣ ਹੈ, ਅਸੀਂ ਅਗਿਆਨਤਾ ਚ, ਉਹਨੂੰ ਦੂਰ ਕਰਨਾ ਕਿਵੇਂ ਹੈ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ। ਮਨ ਦੇ ਨੰਨੇ ਨੂੰ ਸਿਹਾਰੀ, ਪ੍ਰਗਾਸ ਤੇਰੇ ਅੰਦਰ ਚਾਨਣ ਹੋ ਜਾਏਗਾ ਜਦੋਂ ਮਨ ਆਪਣੇ ਗੁਰ ਨਾਲ ਮਿਲ ਜਾਏਗਾ। ਮਨ ਦਾ ਮਿਲਾਪ ਇਹਦੇ ਗੁਰੂ ਨਾਲ ਹੋ ਜਾਏਗਾ, ਮਨ ਦੇ ਵਿੱਚ ਚਾਨਣ ਹੋ ਜਾਏਗਾ। ਚਾਨਣ ਹੋਣ ਦਾ ਅਰਥ ਹੈ ਜੀਵਨ ਸਫਲ ਹੋ ਜਾਏਗਾ, ਸਚਿਆਰ ਹੋ ਜਾਏਗਾ। ਇਹਨੂੰ ਕਹਿੰਦੇ ਨੇ। ਉਦੋਂ ਫਿਰ ਕੀ ਹੁੰਦਾ? ਫਿਰ ਅਸੀਂ ਉਹਨੇ ਸਚਿਆਰ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਉੜਿਆਰ ਉੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਝੂਠੇ ਤੇ ਕਹਿੰਦੇ ਝੂਠ ਵਿੱਚ ਗ੍ਰਸਤ ਹੋ ਗਏ, ਝੂਠੇ ਤੇ ਝੂਠ ਵਿੱਚ ਫਸ ਗਏ। ਝੂਠੇ ਨੇ ਤੇ ਝੂਠ ਨਾਲ ਪ੍ਰੀਤ ਲਾ ਲਈ। ਪਰ ਜਿਹੜਾ ਮਨ ਕਰਕੇ ਸਚਿਆਰ ਸੀ, ਜਿਹਨੂੰ ਸੱਚ ਚੰਗਾ ਲੱਗਦਾ ਸੀ, ਜਿਹੜਾ ਸੱਚ ਸੁਣਦਾ ਸੀ, ਜਿਹਨੂੰ ਸੱਚ ਸੁਣਾਉਣਾ, ਸੱਚ ਬੋਲਣਾ, ਸੱਚ ਪਹਿਨਣਾ, ਸੱਚ ਖਾਣਾ, ਸੱਚ ਪੀਣਾ, ਸੱਚ ਹੀ ਹੰਡਾਉਣਾ ਚੰਗਾ ਲੱਗਣ ਲੱਗ ਪਿਆ, ਉਹ ਸਚਿਆਰ ਬਣ ਗਿਆ। ਤੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਚਿਆਰ ਜਿਹੜਾ ਹੋ ਜਾਏ ਨਾ, ਮਨ ਕਰਕੇ, ਆਤਮਾ ਕਰਕੇ, ਕਰਮਾਂ ਕਰਕੇ, ਵਿਚਾਰਾਂ ਕਰਕੇ, ਉਹ ਹਮੇਸ਼ਾ ਹੀ ਆਪਣੇ ਗੁਰੂ ਦੇ ਨਾਲ ਹੁੰਦਾ ਹੈ ਤੇ ਉਹਦਾ ਗੁਰੂ ਹਮੇਸ਼ਾ ਉਹਦੇ ਨਾਲ ਹੁੰਦਾ ਹੈ। ਸਰੀਰ ਕਰਕੇ ਹੋ ਸਕਦਾ ਉਹ ਗੁਰੂ ਘਰ ਤੋਂ ਬਹੁਤ ਦੂਰ ਰਹਿੰਦਾ ਹੋਵੇ, ਸਰੀਰ ਕਰਕੇ ਹੋ ਸਕਦਾ ਗੁਰੂ ਘਰ ਕਈ ਦਿਨ ਜਾ ਨਾ ਸਕਦਾ ਹੋਵੇ, ਪਰ ਮਨ ਕਰਕੇ ਉਹ ਹਮੇਸ਼ਾ, ਉਹਨੂੰ ਪਤਾ ਲੱਗ ਜਾਂਦਾ ਹੈ ਇਸ ਗੱਲ ਤੇ, ਦ੍ਰਿੜਤਾ, ਉਹਨੂੰ ਵਿਸ਼ਵਾਸ ਭਰੋਸਾ ਬਣ ਜਾਂਦਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਉਹ ਨਹੀਂ ਮੰਨਦਾ ਵੀ ਮੇਰਾ ਗੁਰੂ ਦੂਰ ਹੈ ਜਾਂ ਮੈਂ ਗੁਰੂ ਤੋਂ ਦੂਰ ਹੋ ਗਿਆ। ਉਹ ਕਹਿੰਦਾ ਮੈਂ ਸਦਾ ਹੀ ਨਾਲ ਹੈ, ਗੁਰੂ ਮੇਰੇ ਨਾਲ ਹੈ ਤੇ ਮੈਂ ਗੁਰੂ ਦੇ ਨਾਲ ਹਾਂ। ਉਹਨੂੰ ਸਚਿਆਰ ਸਿੱਖ ਕਹਿੰਦੇ ਨੇ, ਕਿਉਂਕਿ ਉਹਦੇ ਮਨ ਵਿੱਚ ਇੱਕ ਭਰੋਸਾ ਬਣਦਾ ਹੈ। ਤੋਂ ਅੱਗੇ ਮਹਾਰਾਜ ਕਹਿੰਦੇ ਨੇ, ਤੇਰੇ ਨਾਏ ਰਤੇ ਸੇ ਜਿਣ ਗਏ। ਜਿਣ ਦਾ ਅਰਥ ਹੈ ਜਿੱਤ ਗਏ, ਜੀਵਨ ਦੀ ਬਾਜੀ ਨੂੰ ਜਿੱਤ ਗਏ। ਕੌਣ? ਜਿਹੜੇ ਤੇਰੇ ਨਾਮ ਨਾਲ, ਤੇਰੇ ਹੁਕਮ ਨਾਲ, ਤੇਰੇ ਗਿਆਨ ਨਾਲ ਤੇ ਤੇਰੀ ਵਿਚਾਰ ਨਾਲ ਜੁੜ ਗਏ। ਤੇਰਾ ਨਾਏ ਰਤੇ। ਨਾਮ ਦਾ ਅਰਥ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਨਾਮ ਦਾ ਅਰਥ ਗਿਆਨ ਵੀ ਆਏਗਾ, ਨਾਮ ਦਾ ਅਰਥ ਹੁਕਮ ਵੀ ਆਏਗਾ, ਨਾਮ ਦਾ ਅਰਥ ਉਪਦੇਸ਼ ਵੀ ਆਏਗਾ, ਨਾਮ ਦਾ ਅਰਥ ਕਲਾ ਵੀ ਆਏਗਾ, ਨਾਮ ਦਾ ਅਰਥ ਚਾਨਣ ਆਏਗਾ, ਸ਼ਕਤੀ ਆਏਗਾ, ਪਾਵਰ ਆਏਗਾ। ਪੋਜ਼ਿਟਿਵ ਰੂਪ ਚ ਆਉਣਗੇ ਸਾਰੇ ਸ਼ਬਦ। ਜਿਹੜੇ ਤੇਰੇ ਸੱਚ ਰੂਪ ਨਾਮ ਨਾਲ, ਤੇਰੇ ਗਿਆਨ ਨਾਲ, ਹੁਕਮ ਨਾਲ, ਕਲਾ ਨਾਲ ਜੁੜ ਗਏ, ਸੇ ਜਿਣ ਗਏ, ਉਹ ਜੀਵਨ ਦੀ ਬਾਜੀ ਜਿੱਤ ਗਏ। ਹਾਰ ਗਏ। ਹਾਰੇ ਕੌਣ? ਸੇ ਠੱਗਣ ਵਾਲਿਆ। ਜਿਹੜੇ ਠੱਗੀਆਂ ਤੇ ਜਿਹੜੇ ਠੱਗੀਆਂ ਮਾਰਦੇ ਸਨ, ਜਿਹੜੇ ਆਪਣੇ ਆਪ ਚ ਬੜੇ ਚਤਰ ਚਲਾਕ ਬਣਦੇ ਸਨ, ਜੀਵਨ ਦੀ ਬਾਜੀ ਹਾਰ ਗਏ। ਬਾਬਾ ਜੀ ਸਵੇਰੇ ਪਾਲਕੀ ਦਰਸ਼ਨ ਕਿੰਨੇ ਵਜੇ ਹੁੰਦੇ ਨੇ? 2:30 ਵਜੇ, 4 ਵਜੇ, 4 ਵਜੇ। ਹਾਂਜੀ। ਹਾਰ ਗਏ ਸੇ ਠੱਗਣ ਵਾਲੇ ਆ। ਜਿਹੜੇ ਠੱਗੀਆਂ ਮਾਰਦੇ ਰਹਿ ਗਏ, ਜੀਵਨ ਦੀ ਬਾਜੀ ਹਾਰ ਗਏ। ਠੱਗਣ ਦਾ ਅਰਥ ਪਤਾ ਕੀ ਹੁੰਦਾ? ਜਿਸ ਬੰਦੇ ਨੂੰ ਇਹ ਭੁਲੇਖਾ ਹੋ ਜਾਏ ਵੀ ਮੈਂ ਕਿਸੇ ਨੂੰ ਲੁੱਟ ਲਿਆ ਨਾ, ਵੀ ਉਹਨੂੰ ਪਤਾ ਹੀ ਨਹੀਂ ਲੱਗਿਆ, ਮੈਂ ਬੜੀ ਵੱਡੀ ਠੱਗੀ ਮਾਰ ਲਈ, ਮੈਂ ਲੱਖ ਦਾ ਮਾਲ ਕਰੋੜ ਚ ਵੇਚ ਦਿੱਤਾ, ਮੈਂ 100 ਦਾ ਮਾਲ
1000 ਚ ਵੇਚ ਦਿੱਤਾ, ਮੈਂ ਪਿੱਤਲ ਨੂੰ ਸੋਨਾ ਦੇ ਰੂਪ ਚ ਵੇਚ ਦਿੱਤਾ। ਜਿਹੜਾ ਆਪਣੇ ਆਪ ਚ ਆਪਣੇ ਬੜਾ ਕਲੈਵਰ ਚਤਰ ਓਵਰ ਸਮਾਰਟ ਬਣਦਾ ਹੈ, ਸੰਸਾਰ ਵਿੱਚ ਧਰਮ ਦੇ ਵਿੱਚ ਵੀ ਓਵਰ ਸਮਾਰਟ ਹੁੰਦੇ ਨੇ, ਸਮਾਜ ਵਿੱਚ ਤੇ ਹੁੰਦੇ ਨੇ, ਰਾਜਨੀਤੀ ਵਿੱਚ ਤੇ ਹੈ ਹੀ ਇਹ ਲੋਕ। ਇਹ ਉਹ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਜੀਵਨ ਦੀ ਬਾਜੀ ਹਾਰਦੇ ਨੇ। ਜਿਉ ਮੈਲੇ ਆਨੰਦ ਸਾਹਿਬ, ਜਿਉ ਮੈਲੇ, ਜਿਉ ਅੰਦਰੋਂ ਜਿਹੜਾ ਜੀਉ ਪਾਇਆ ਸੀ, ਜਿਉ ਮੈਲੇ ਬਾਹਰੋਂ ਨਿਰਮਲ। ਬਾਹਰੋਂ ਬੜੇ ਪਾਕ ਪਵਿੱਤਰ, ਬੜੇ ਸਫੈਦਪੋਸ਼, ਬੜੇ ਧਰਮੀ, ਹੱਥ ਜੋੜ ਕੇ ਫਿਰਦੇ ਨੇ। ਜਿਉ ਮੈਲੇ ਬਾਹਰੋਂ ਤਾਂ ਨਿਰਮਲ, ਜਿਉ ਬਾਹਰੋਂ ਨਿਰਮਲ, ਜਿਉ ਮੈਲੇ ਤੇ ਨਹੀਂ ਜਨਮ ਜੂਏ ਹਾਰਿਆ। ਉਹ ਹਾਰ ਗਏ ਸੀ ਠੱਗਣ ਵਾਲਿਆ। ਜਿੱਤਿਆ ਕੌਣ ਹੈ? ਜਿਉ ਨਿਰਮਲ ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਿਆ ਨਹੀਂ, ਕੂੜ ਦੀ ਰੱਤੀ ਮਾਤਰ ਅੰਸ਼ ਵੀ ਉਹਨਾਂ ਦੇ ਨੇੜੇ ਨਹੀਂ ਹੁੰਦਾ। ਕੂੜ ਦੀ ਰੱਤੀ ਮਾਤਰ ਅੰਸ਼ ਮਾਤਰ ਆਵਾਜ਼ ਵੀ ਨੇੜੇ ਨਹੀਂ ਪਹੁੰਚਦੀ। ਕੂੜ ਕੀ ਸੋਏ ਪਹੁੰਚਿਆ ਨਹੀਂ, ਮਨਸਾ ਮਨੈ ਸਮਾਣੀ। ਮਨਸਾਵਾਂ ਨੂੰ, ਆਸਾਵਾਂ ਨੂੰ, ਆਪਣੀਆਂ ਇੱਛਾਵਾਂ ਨੂੰ ਅੰਦਰ ਹੀ ਦਫਨ ਹੀ ਕਰ ਦਿੰਦੇ ਨੇ, ਉੱਠਣ ਹੀ ਨਹੀਂ ਦਿੰਦੇ। ਮਨ ਦੇ ਮਗਰ ਨਹੀਂ ਦੌੜਦੇ, ਮਨ ਦੀ ਸੁਣ ਕੇ ਨਹੀਂ ਚੱਲਦੇ, ਉਹ ਗੁਰੂ ਦੀ ਸੁਣ ਕੇ ਚੱਲਦੇ ਨੇ। ਸਤਿਗੁਰ ਤੇ ਕਰਨੀ ਕਮਾਣੀ ਕਮਾਉਂਦੇ ਨੇ, ਇਸ ਕਰਕੇ ਜੀਵਨ ਦੀ ਬਾਜੀ ਜਿੱਤਦੇ ਹਨ। ਲਿਖ ਨਾਵੈ, ਹੁਣ ਫੇਰ ਧਿਆਨ ਵਿੱਚ ਰੱਖੇ ਨੂੰ, ਨਾਵੈ ਨਹੀਂ ਪੜਾਂਗੇ, ਲਿਖ ਨਾਵੈ ਧਰਮ ਬਹਾਲਿਆ। ਕਹਿੰਦੇ ਇਸ ਲਈ ਭਲਿਓ। ਫੇਰ ਇਸ ਗੱਲ ਨੂੰ, ਇਹ ਪੰਕਤੀ ਦੂਜੀ ਵਾਰ ਤਾਂ ਲਿਖੀ, ਜ਼ਿਆਦਾ ਧਿਆਨ ਮੰਗਦੀ ਸੀ ਇਹ ਪੰਕਤੀ। ਇਸ ਗੱਲ ਤੇ ਗੁਰੂ ਸਾਹਿਬ ਸਾਡਾ ਜ਼ਿਆਦਾ ਫੋਕਸ ਕਰਨਾ ਚਾਹੁੰਦੇ ਨੇ, ਸਾਡਾ ਧਿਆਨ ਬਾਰ-ਬਾਰ ਦਿਵਾਉਣਾ ਚਾਹੁੰਦੇ ਨੇ ਵੀ ਬੰਦਾ ਬਹੁਤ ਵੱਡੇ ਭੁਲੇਖੇ 'ਚ ਹੈ ਤੇ ਇਹਨੂੰ ਫੇਰ ਸੁਚੇਤ ਕਰੋ। ਨਾਵੈ, ਤੇਰਾ ਨਾਵਾ, ਤੇਰਾ ਲੇਖਾ ਜੋਖਾ ਲਿਖਣ ਵਾਸਤੇ ਧਰਮ ਤੇਰੇ ਨਾਲ ਬਿਠਾਇਆ ਹੋਇਆ। ਹੁਣ ਸਰੀਰ ਦੇ ਨਾਲ ਧਰਮ ਨਹੀਂ ਬੈਠਾ, ਸਰੀਰ ਤੇ ਕਿਸੇ ਨਾਲ ਨਹੀਂ ਹੈ। ਮਨ ਕਰਕੇ ਦੇਖੋਗੇ, ਅੰਦਰ ਨੂੰ ਜਾਓਗੇ, ਫਿਰ ਸਭ ਕੁਝ ਨਜ਼ਰ ਆ ਜਾਏਗਾ। ਕਿਉਂਕਿ ਸਭ ਕਿਛ ਘਰਮ ਹੈ, ਬਾਹਰ ਨਾਹੀ, ਬਾਹਰ ਟੁੱਲੈ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੋ ਹਿੱਲਾ ਜੀਓ। ਹਿਸਾਬ ਕਿਤਾਬ ਲਿਖ ਰਿਹਾ ਹੈ। ਹਾਂਜੀ, ਤੇ ਦੇਖੋ ਨਾ, ਅਸੀਂ ਅਗਰ ਜਿਸ ਤਰ੍ਹਾਂ ਕਿਸੇ ਮਾਲ ਦੇ ਵਿੱਚ ਜਾਂਦੇ ਆ, ਹਾਂਜੀ, ਤੇ ਉਧਰ ਕੁਝ ਵੀ ਗਲਤ ਚੀਜ਼ ਚੁੱਕਣ ਤੋਂ ਜਾਂ ਕਰਨ ਤੋਂ ਪਰਹੇਜ਼ਦੇ ਆ, ਕਿਉਂਕਿ ਸਾਨੂੰ ਪਤਾ ਹੈ ਕਿ ਉਧਰ ਸੀਸੀਟੀਵੀ ਲੱਗੀ ਹੈ। ਹਾਂਜੀ, ਹਾਂਜੀ, ਬਿਲਕੁਲ। ਜੇ ਅਸੀਂ ਆਪਣੇ ਕਰਮਾਂ ਤੇ ਵੀ ਇਸ ਤਰ੍ਹਾਂ ਸੋਚੀਏ ਕਿ ਸੀਸੀਟੀਵੀ ਲੱਗੀ ਹੈ, ਮੇਰੇ ਕਰਮਾਂ ਦਾ ਲੇਖਾ ਜੋਖਾ ਲਿਖਿਆ ਜਾਏਗਾ। ਹਾਂ, ਬਸ ਕੀ ਬਾਤ ਹੈ, ਬਹੁਤ ਵਧੀਆ ਤੁਸੀਂ ਨੇੜੇ ਗੱਲ ਕਰ ਦਿੱਤੀ ਹੈ। ਅਸਲ 'ਚ ਤੇਰਾ ਅੰਦਰ, ਤੇਰਾ ਮੂਲ ਹੀ ਤੇਰਾ ਧਰਮ ਹੈ, ਹੋਰ ਕੋਈ ਧਰਮ ਕੋਈ ਵੱਖਰਾ ਨਹੀਂ ਬੈਠਾ। ਜਿਹੜਾ ਸਾਡਾ ਮੂਲ ਹੈ ਨਾ, ਜਿਹੜਾ ਪਾਰਟ 2 ਹੈ ਸਾਡਾ, ਜਿਹੜਾ ਵਾਈਟ ਹੈ, ਜਿਹੜਾ ਨਿਰਮਲ ਹੀ ਨਿਰਮਲ ਹੈ, ਉਹੀ ਧਰਮ ਹੈ, ਪਿਓ ਹੀ ਧਰਮ ਹੈ ਸਾਡਾ। ਹੋਰ ਕਿਤੇ ਧਰਮ ਕੋਈ ਵੱਖਰਾ ਥੋੜੀ ਬਿਠਾਇਆ ਹੋਇਆ। ਉਹਨਾਂ ਨੇ ਬਾਹਰ ਧਰਮ ਰਾਜ ਬਿਠਾਇਆ ਸੀ ਨਾ, ਹਿੰਦੂ ਮਤ ਨੇ। ਗੁਰੂ ਸਾਹਿਬ ਨੇ ਕਹਿਤਾ ਵੀ ਅੰਦਰ ਆ, ਬਸ ਵੀ ਸਾਡਾ ਦੇਖੋ, ਖਸਮ ਕਹਿਤਾ ਉਹਨੂੰ, ਮਾਤਾ ਪਿਤਾ ਵੀ ਕਹਿਤਾ, ਗੁਰੂ ਵੀ ਕਹਿਤਾ, ਤੇ ਇੱਥੇ ਧਰਮ ਕਹਿਤਾ। ਇੱਕ ਦੇ ਹੀ ਸਾਰੇ ਨਾਮ ਨੇ, ਧਰਮ ਰਾਜ ਕੋਈ ਵੱਖਰਾ ਨਹੀਂ ਹੈ। ਮੈਂ ਬੇਨਤੀ ਕਰਨਾ ਚਾਹੁੰਦਾ, ਵੀਰ ਜੀ ਨੇ ਗੱਲ ਸੌਖੀ ਕਰ ਦਿੱਤੀ ਆ। ਜਿਹੜਾ ਸਾਨੂੰ ਅੱਗੋਂ ਦੇਖਿਆ, ਪਿੱਛੋਂ ਦੇਖਿਆ, ਤੁਝ ਤੇ ਕਾਂ ਛਪਾਵੇ, ਗੁਰੂ ਹੀ ਹੈ ਸਾਡਾ, ਪਿਓ ਹੀ ਹੈ ਸਾਡਾ, ਖਸਮ ਹੈ ਸਾਡਾ, ਮੂਲ ਹੈ। ਉਹਨੂੰ ਕਹਿਤਾ ਧਰਮ। ਉਹ ਦੇਖ ਰਿਹਾ, ਉਹ ਤੋਂ ਨਹੀਂ ਬਚ ਸਕਦੇ ਅਸੀਂ। ਦੁਨੀਆ ਤੋਂ ਅਸੀਂ ਬਚ ਸਕਦੇ ਹਾਂ, ਸੰਸਾਰ ਤੋਂ ਬਚ ਜਾਾਂਗੇ, ਪਰ ਉਹ ਤੋਂ ਨਹੀਂ ਬਚ ਸਕਦੇ, ਉਹ ਸਾਡੇ ਨਾਲ ਹੀ ਬੈਠੇ। ਹਾਂਜੀ, ਬਹੁਤ ਵਧੀਆ, ਥੈਂਕ ਯੂ ਵੀਰ ਜੀ, ਸਾਰਿਆਂ ਨੂੰ ਗੱਲ ਸਮਝ ਆ ਗਈ ਹੋਏਗੀ। ਹਾਂਜੀ, ਹੋਰ ਕੋਈ ਸੱਜਣ? ਟਾਈਮ ਦੇਖ ਲਿਓ ਵੀਰ ਜੀ, ਨਹੀਂ ਫਿਰ ਆਪਾਂ ਸੰਗਤ